अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਅੱਜ ਅਸੀਂ ਕੁਝ ਚੋਣਵੀਆਂ ਸੁਰਖੀਆਂ ਦੇ ਉੱਤੇ ਨਜ਼ਰ ਮਾਰਾਂਗੇ ਅਤੇ ਜਿਹੜੇ ਮਸਲੇ, ਜਿਹੜੇ ਇਸ਼ੂਜ਼, ਜਿਹੜੇ ਮੁੱਦੇ ਸਾਨੂੰ ਪ੍ਰਭਾਵਿਤ ਕਰਦੇ ਹਨ ਉਸ ਨੂੰ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਔਰ ਕੇਵਲ ਉਹਨਾਂ 'ਤੇ ਵਿਚਾਰ ਕਰਨਾ ਹੀ ਸਾਡਾ ਮਕਸਦ ਨਹੀਂ, ਉਸ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਹੀ ਮਕਸਦ ਨਹੀਂ, ਬਲਕਿ ਇਸ ਵਿੱਚ ਤੁਹਾਡੀ ਸ਼ਮੂਲੀਅਤ ਜ਼ਰੂਰੀ ਹੁੰਦੀ ਹੈ, ਤੁਹਾਡੀ ਪਾਰਟਿਸਿਪੇਸ਼ਨ, ਕਿਉਂਕਿ ਤੁਹਾਡੇ ਵਿਚਾਰ ਰਲਾ ਕੇ ਫਿਰ ਇੱਕ ਸੇਧ ਮਿਲਦੀ ਹੈ ਔਰ ਸੁਚਾਰੂ ਸੇਧ ਪ੍ਰਾਪਤ ਹੁੰਦੀ ਹੈ। ਦਰਅਸਲ ਇਸ ਪ੍ਰੋਗਰਾਮ ਦਾ ਮਕਸਦ ਵੀ ਇਹੀ ਹੈ, ਜਿਹੜੇ ਚਲੰਤ ਜਿਹੜੇ ਮਸਲੇ ਮੁੱਦੇ ਔਰ ਇਸ਼ੂਜ਼ ਬਣਦੇ ਹਨ, ਸਾਡੇ ਸਾਹਮਣੇ ਆਉਂਦੇ ਹਨ, ਸਾਡਾ ਕੌਮੀ ਤੌਰ ਦੇ ਉੱਤੇ, ਜਾਤੀ ਨਹੀਂ ਬਲਕਿ ਜਮਾਤੀ ਤੌਰ ਦੇ ਉੱਤੇ, ਨਿੱਜੀ ਨਹੀਂ ਬਲਕਿ ਪੰਥਕ ਤੌਰ ਦੇ ਉੱਤੇ ਸਾਡਾ ਰੱਦ ਅਮਲ ਕੀ ਹੋਣਾ ਚਾਹੀਦਾ, ਇਹ ਇਸ ਪ੍ਰੋਗਰਾਮ ਦਾ ਮਕਸਦ ਹੈ। ਅੱਜ ਅਸੀਂ ਦੋ ਮੁੱਖ ਮੁੱਦੇ ਤੁਹਾਡੇ ਨਾਲ ਡਿਸਕਸ ਕਰਾਂਗੇ ਔਰ ਜਿਹੜੀ ਕਿ ਇੱਕ ਚੰਗੀ ਖਬਰ ਵੀ ਹੈ, ਉਸ ਦੇ ਉੱਤੇ ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜੇ ਇਸ ਵਿਸ਼ੇ ਦੇ ਉੱਤੇ ਸਾਨੂੰ ਜਾਣਕਾਰੀ ਦੇ ਸਕਦੇ ਹਨ ਅਸੀਂ ਉਹਨਾਂ ਦੇ ਨਾਲ ਗੱਲ ਕਰ ਸਕੀਏ। ਉਹ ਵਿਸ਼ਾ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ, ਪਟਿਆਲਾ ਪੰਜਾਬੀ ਯੂਨੀਵਰਸਿਟੀ, ਜਿੱਥੇ ਪਹਿਲਾਂ ਵੀ ਧਰਮ ਅਧਿਐਨ, ਕੰਪੈਰੇਟਿਵ ਸਟੱਡੀ ਆਫ ਰਿਲੀਜਨ ਅਤੇ ਹੋਰ ਕਈ ਐਸੇ ਵਿਸ਼ਿਆਂ ਦੇ ਉੱਤੇ ਰਿਸਰਚ ਹੁੰਦੀ ਹੈ, ਜਿੱਥੇ ਗੁਰਮਤਿ ਸੰਗੀਤ ਦੇ ਉੱਤੇ ਵੀ ਵੱਖਰਾ ਵਿਭਾਗ ਹੈ ਔਰ ਜਿਸ ਨੇ ਕਾਫੀ ਕੰਮ ਕੀਤਾ ਔਰ ਬਲਕਿ ਕਈ ਨਾਯਾਬ ਦੁਰਲਭ ਲਿਖਤਾਂ ਅਤੇ ਉਹਨਾਂ ਸਬਜੈਕਟਸ ਦੇ ਉੱਤੇ ਰਿਸਰਚ ਕਰਵਾ ਕੇ ਉਹਨਾਂ ਨੇ ਬਹੁਤ ਬੇਸ਼ਕੀਮਤੀ ਖਜ਼ਾਨਾ ਕੌਮ ਦੀ ਝੋਲੀ ਵਿੱਚ ਪਾਇਆ। ਇੱਕ ਨਵਾਂ ਵਿਸ਼ਾ ਉਹਨਾਂ ਨੇ ਲੈ ਕੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਔਰ ਉਹ ਪ੍ਰੋਗਰਾਮ ਹੈ ਗੱਤਕੇ ਦੇ ਉੱਤੇ 1 ਸਾਲ ਦਾ ਡਿਪਲੋਮਾ ਕੋਰਸ। ਉਹਨਾਂ ਨੇ ਇਸ ਨੂੰ ਮਾਰਸ਼ਲ ਆਰਟ ਦੇ ਤੌਰ ਦੇ ਉੱਤੇ ਨਿਰਣਾ ਕੀਤਾ ਹੈ। ਇਹ ਇੱਕ ਮਾਰਸ਼ਲ ਆਰਟ ਹੈ ਜਿਹੜੀ ਕਿ ਬਹੁਤ ਹੀ ਕਮਾਲ ਦੀ ਮਾਰਸ਼ਲ ਆਰਟ ਹੈ ਔਰ ਜਿਸ ਦੇ ਨਾਲ ਇਹ ਕਹਿ ਲਿਆ ਜਾਏ ਕਿ ਭਾਰਤ ਦੀਆਂ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਕੱਟੀਆਂ ਗਈਆਂ, ਜਿਹੜੀਆਂ ਭਾਰਤ ਦੀ ਗੁਲਾਮੀ ਦੀਆਂ ਜੰਜੀਰਾਂ ਟੁੱਟੀਆਂ, ਉਹ ਕੇਵਲ ਇਸ ਸ਼ਸਤਰ ਵਿੱਦਿਆ ਦੇ ਨਾਲ ਸੀ। ਇਹ ਸ਼ਸਤਰ ਸਨ ਜਿਹੜੇ ਗੁਰੂ ਸਾਹਿਬ ਨੇ ਪੰਥ ਦੀ ਝੋਲੀ ਦੇ ਵਿੱਚ ਪਾਏ। ਬਹੁਤ ਹੀ ਛੋਟਾ ਜਿਹਾ ਲਫ਼ਜ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਰਤਿਆ ਹੈ ਕਿਰਪਾਨ ਦੇ ਬਾਰੇ। ਉਹਨਾਂ ਨੇ ਤਾਂ ਅਕਾਲ ਪੁਰਖ ਨੂੰ ਵੀ ਕਿਰਪਾਨ ਪਾਣ ਪਾਣੀ ਕਿਹਾ ਹੈ, ਜਿਸ ਦੇ ਹੱਥ ਦੇ ਵਿੱਚ ਕਿਰਪਾਨ ਹੈ, ਉਸ ਵਾਹਿਗੁਰੂ ਨੂੰ ਸਜਦਾ ਕੀਤਾ ਔਰ ਇੱਕ ਲਾਈਨ ਦੇ ਵਿੱਚ ਸ਼ਾਇਦ ਬਹੁਤ ਵੱਡੀ ਫਿਲਾਸਫੀ, ਬਹੁਤ ਵੱਡਾ ਫਲਸਫਾ ਗੁਰੂ ਸਾਹਿਬ ਨੇ ਅੰਕਿਤ ਕਰ ਦਿੱਤਾ ਹੈ ਕਿ ਜਿਹੜਾ ਵਿਅਕਤੀ ਮਿਆਨ ਦੇ ਦਸਤੇ ਦੇ ਉੱਤੋਂ ਹੱਥ ਚੁੱਕ ਲੈਂਦਾ ਉਹ ਕਿਰਪਾਨ ਉਸ ਦੇ ਗਰਦਨ ਦੇ ਉੱਤੇ ਆ ਕੇ ਵੱਜਦੀ ਹੈ। ਇਹ ਜਿਹੜਾ ਸਿਧਾਂਤ ਦਿੱਤਾ, ਨਿਰਭਉ ਔਰ ਨਿਰਵੈਰ ਹੋਣ ਲਈ ਇਹ ਜ਼ਰੂਰੀ ਹੈ ਕਿ ਬੰਦੇ ਦੇ ਅੰਦਰ ਆਤਮ ਵਿਸ਼ਵਾਸ ਔਰ ਸ਼ਕਤੀ ਵੀ ਹੋਏ। ਜਿਹੜਾ ਬੰਦਾ ਸ਼ਕਤੀ ਵਿਹੀਨ ਹੈ,
ਉਹ ਨਾ ਤਾਂ ਕਦੀ ਨਿਰਵੈਰ ਹੋ ਸਕਦਾ ਹੈ ਔਰ ਨਾ ਹੀ ਕਦੀ ਨਿਰਭਉ ਹੋ ਸਕਦਾ ਹੈ। ਪਰ ਪੰਜਾਬੀ ਯੂਨੀਵਰਸਿਟੀ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ, ਜਿਹੜਾ ਕਿ 1 ਸਾਲ ਦਾ ਡਿਪਲੋਮਾ ਗੱਤਕੇ ਦੇ ਉੱਤੇ, ਸ਼ਸਤਰ ਵਿੱਦਿਆ ਦੇ ਉੱਤੇ, ਜਿਹੜਾ ਕਿ ਪ੍ਰਾਚੀਨ ਟ੍ਰੈਡੀਸ਼ਨਲ ਜਿਹੜਾ ਇੱਕ ਕੌਮ ਦੇ ਕੋਲ ਵਿਰਸਾ ਸੀ, ਉਸ ਨੂੰ ਸਾਰੇ ਸੰਸਾਰ ਤੱਕ ਪਹੁੰਚਾਉਣ ਵਿੱਚ ਇਹ ਇੱਕ ਬਹੁਤ ਵੱਡਾ ਸਹਾਈ ਹੋਏਗਾ। ਥੋੜ੍ਹੀ ਦੇਰ ਤੱਕ ਅਸੀਂ ਇਸ ਦੇ ਬਾਰੇ ਗੱਲ ਕਰਾਂਗੇ। ਦੂਸਰੀ ਜਿਹੜੀ ਖਬਰ ਸ਼ਾਇਦ ਕਹਿ ਲਿਆ ਜਾਏ ਕਿ ਇਤਨੇ ਵੱਡੇ ਪੱਧਰ ਦੇ ਉੱਤੇ ਪੂਰੇ ਦੇਸ਼ ਦੇ ਨਾਲ ਇੱਕ ਜੋ ਮਜ਼ਾਕ ਹੋ ਰਿਹਾ ਹੈ ਕਿ ਕਿਸੇ ਸਾਧੂ ਨੂੰ ਸੁਪਨਾ ਆਇਆ ਔਰ ਉਸਨੇ ਕਹਿ ਦਿੱਤਾ ਕਿ ਫਲਾਣੀ ਥਾਂ ਤੇ ਮੈਨੂੰ ਸੁਪਨਾ ਆਇਆ ਹੈ 1000 ਟਨ ਸੋਨਾ ਉੱਥੇ ਪਿਆ ਹੈ, ਤੁਸੀਂ ਲੈ ਲਓ। ਔਰ ਉਸ ਦੇ ਉੱਤੇ ਸੂਬੇ ਦੀ ਸਰਕਾਰ ਕੀ, ਭਾਰਤ ਸਰਕਾਰ ਕੀ, ਆਰਕੀਓਲੋਜੀਕਲ ਸਰਵੇ ਆਫ ਇੰਡੀਆ ਔਰ ਜਿਓਲੋਜੀਕਲ ਸਰਵੇ ਆਫ ਇੰਡੀਆ ਤੇ ਦੇਸ਼ ਦੇ ਸਾਰੇ ਜਿਹੜੇ ਕੰਸਰਨਡ ਮਹਿਕਮੇ ਹਨ, ਉਹ ਤੁਰ ਪਏ ਹਨ ਉੱਥੇ ਖੁਦਾਈ ਕਰਨ ਲਈ। ਇਹ ਸ਼ਾਇਦ ਕਿਸੇ ਸਾਧੂ ਦੇ ਸੁਪਨੇ ਦੇ ਉੱਤੇ ਇਸ ਤਰ੍ਹਾਂ ਦੀ ਕਾਰਵਾਈ ਹੋ ਜਾਣੀ ਇਹ ਪਹਿਲੀ ਵਾਰ ਹੋ ਰਿਹਾ ਹੈ। ਦਰਅਸਲ 1857 ਦੇ ਗਦਰ ਦੇ ਵਿੱਚ ਇੱਕ ਰਾਜਾ ਰਾਓ ਰਾਮ ਬਖਸ਼ ਸੀ, ਜਿਨ੍ਹਾਂ ਦਾ ਕਿਲ੍ਹਾ ਸੀ। 1857 ਦੇ ਵਿੱਚ ਉਸ ਗਦਰ ਵਿੱਚ ਰਾਜਾ ਰਾਓ ਰਾਮ ਬਖਸ਼ ਨੂੰ ਫੜ ਲਿਆ ਗਿਆ ਔਰ ਉਸ ਦੇ ਬਾਅਦ ਉਹਨਾਂ ਨੂੰ ਇੱਕ ਉਨਾਓ ਜ਼ਿਲ੍ਹੇ ਦੇ ਵਿੱਚ ਇੱਕ ਛੋਟਾ ਜਿਹਾ ਮੰਦਿਰ ਸੀ, ਉਹਦੇ ਨਾਲ ਉਹਨਾਂ ਨੂੰ ਦਰਖਤ ਦੇ ਨਾਲ ਟੰਗ ਕੇ ਫਾਂਸੀ ਦੇ ਦਿੱਤੀ ਗਈ। ਹੁਣ ਉਸੇ ਸਥਾਨ ਦੇ ਉੱਤੇ ਉਸ ਸਾਧੂ ਦਾ ਕਹਿਣਾ ਹੈ ਕਿ ਇਸ ਥਾਂ ਦੇ ਉੱਤੇ 1000 ਟਨ ਸੋਨਾ ਦੱਬਿਆ ਹੋਇਆ, ਉਸ ਦੀ ਖੁਦਾਈ ਜਿਹੜੀ ਹੈ ਚੱਲ ਰਹੀ ਹੈ। ਦਰਅਸਲ ਇਹ ਜਦੋਂ ਫਿਰ ਮੰਤਰੀ ਨੂੰ ਪੁੱਛਿਆ ਗਿਆ, ਉਹਨਾਂ ਨੇ ਕਿਹਾ ਇਹ ਭਾਰਤ ਹੈ, ਇੱਥੇ ਤੰਤਰ ਮੰਤਰ ਦੇ ਨਾਲ ਸਾਰਾ ਕੁਝ ਚੱਲਦਾ ਹੈ, ਤੰਤਰ ਮੰਤਰ ਅਸੀਂ ਮੰਨਦੇ ਹਾਂ। ਇਹ ਠੀਕ ਹੈ, ਹਰ ਬੰਦੇ ਦਾ ਵਿਸ਼ਵਾਸ ਹੈ, ਉਹ ਕਿਸੇ ਵੀ ਚੀਜ਼ ਨੂੰ ਮੰਨੇ, ਕਿਸੇ ਵੀ ਚੀਜ਼ ਦੇ ਉੱਤੇ ਭਰੋਸਾ ਕਰੇ। ਪਰ ਜੇਕਰ ਸਰਕਾਰਾਂ ਇਸ ਤਰੀਕੇ ਦੇ ਨਾਲ ਚੱਲਣਗੀਆਂ, ਸਰਕਾਰਾਂ ਦਾ ਨਜ਼ਰੀਆ ਇਸ ਤਰ੍ਹਾਂ ਦਾ ਹੋਏਗਾ, ਤਾਂ ਫਿਰ ਇਸ ਦੇ ਬਾਅਦ ਮੁਲਕ ਕਿਸ ਤਰ੍ਹਾਂ ਚੱਲ ਸਕਦਾ ਹੈ? ਕੀ ਹੁਣ ਇਹ ਦੇਸ਼ ਤੰਤਰਾਂ ਮੰਤਰਾਂ ਦੇ ਨਾਲ ਚੱਲੇਗਾ? ਜੇਕਰ ਪੰਥਕ ਨਜ਼ਰੀਏ ਤੋਂ ਦੇਖਿਆ ਜਾਏ ਤਾਂ ਤੰਤ ਮੰਤ ਇਸ ਦੇ ਬਾਰੇ ਗੁਰੂ ਸਾਹਿਬ ਨੇ ਬਹੁਤ ਹੀ ਕਮਾਲ ਦੇ ਲਫ਼ਜ਼ ਵਰਤੇ ਹਨ। ਔਰ ਜਿਹੜਾ ਆਦੇਸ਼ ਹੈ, ਜੇਕਰ ਅਸੀਂ ਫਾਲੋਅਰ ਹਾਂ ਤਾਂ ਫਾਲੋਅਰ ਦਾ ਅਰਥ ਹੁੰਦਾ ਹੈ ਜਿਹੜਾ ਫਾਲੋ ਕਰੇ। ਔਰ ਫਾਲੋ ਕਰਨ ਵਾਲਿਆਂ ਲਈ ਗੁਰੂ ਸਾਹਿਬ ਦਾ ਆਦੇਸ਼ ਹੈ, ਬਿਨਾ ਸਰਨ ਤਾਕੀ ਨਾ ਔਰੇ ਉਪਾਇੰ, ਕਹਾਂ ਦੇਵ ਦੈਤੰ ਕਹਾਂ ਰੰਕ ਰਾਇੰ, ਕਹਾਂ ਪਾਤ ਸਾਹੰ ਕਹਾਂ ਉਮਰਾਇੰ, ਬਿਨਾ ਸਰਨ ਤਾਕੀ ਨਾ ਕੋਟੇ ਉਪਾਇੰ। ਹਜ਼ੂਰ ਕਹਿ ਰਹੇ ਹਨ, ਜਿਤੇ ਜੀਵ ਜੰਤੰ ਸੋ ਦੁਨੀਆ ਉਪਾਇੰ, ਸਭੇ ਅੰਤ ਕਾਲੰ ਬਲੀ ਕਾਲ ਕਾਇੰ, ਬਿਨਾ ਸਰਨ ਤਾਕੀ ਨਹੀਂ ਔਰ ਓਟੰ, ਲਿਖੇ ਜੰਤਰ ਕੇਤੇ ਪੜੇ ਮੰਤਰ ਕੋਟਨ। ਭਾਵੇਂ ਕਰੋੜਾ ਜੰਤਰ ਕਰੋੜਾ ਮੰਤਰ ਹੋਣ, ਉਸ ਅਕਾਲ ਪੁਰਖ ਦੀ ਸ਼ਰਨ ਤੋਂ ਬਿਨਾ ਕੁਛ ਨਹੀਂ ਹੈ। ਹਜ਼ੂਰ ਅੱਗੇ ਕਹਿੰਦੇ ਹਨ, ਲਿਖੇ ਜੰਤਰ ਕੇਤੇ ਪੜੇ ਮੰਤਰ ਕੋਟੰ, ਬਿਨਾ ਸਰਨ ਤਾਕੀ ਨਹੀਂ ਔਰ ਓਟੰ, ਲਿਖੇ ਜੰਤਰ ਥਾਕੇ ਪੜੇ ਮੰਤਰ ਹਾਰੇ, ਕਰੇ ਕਾਲ ਤੇ ਅੰਤ ਲੈ ਕੇ ਵਿਚਾਰੇ, ਕਿਤਿਓ ਤੰਤਰ ਸਾਧੇ ਸੋ ਜਨਮੰਗ ਬਿਤਾਇਓ, ਭਏ ਫੋਕਟੰ ਕਾਜ ਏਕੇ ਨਾ ਆਇਓ। ਸੋ ਇਹ ਜਿਹੜੇ ਗੁਰਮਤ ਨੇ ਐਸੇ ਕਿਸੇ ਵੀ ਚੀਜ਼ ਨੂੰ ਕੇਵਲ ਡਿੰਬ ਕਰਮ ਕਰਕੇ ਉਹਨਾਂ ਨੇ ਕਿਹਾ, ਆਂਖਨ ਭੀਤਰ ਤੇਲ ਕੋ ਡਾਰ ਸੋ ਲੋਗਨ ਨੀਰ ਬਹਾਏ ਦਿਖਾਵੇਂ, ਜੋ ਧਨਵਾਨ ਲਖੇ ਨਿਜ ਸੇਵਕ ਤਾਹੀ ਪਰੋਸ ਪ੍ਰਸਾਦ ਜਮਾਵੇ, ਜੋ ਧਨਹੀਨ ਲਖੇ ਤਿਹ ਦੇਤ ਨ ਮੰਗਨ, ਜਾਤ ਮੁਖੋ ਨ ਦਿਖਾਵੇ, लूटत है पशु लोगन को कबहू न परमेश्वर के गुण गावे। और चेतावनी दिती, काहे को डिंब करे मन मूरख, डिंब करे अपनी पत खैं,
काहे को लोग ठगे ठग लोगन, लोक गयो पर लोग गवै हैं। दीन दयाल की ठौर जहाँ तय ठौर बिखे, तो ही ठौर न ऐह। चेत रे चेत अचेत महाजड़, भेख के कीने अलेख न पै हैं। साहिब श्री गुरु ग्रंथ साहिब जी ने केवल एक लफज दे विच कहता कि जेड़े भी सोग है, रोग है, दुख है, शराप है, ये सब कोई किसी दे कीतियां नहीं हो सकता। जे गुरु दे उत्ते विश्वास है तां ये जितनियां चीज़ां हन कि सराप है या कोई वर है, असीस है, हजूर ने बहुत स्पष्ट किया है साहिब श्री गुरु ग्रंथ साहिब जी विच, भाई मत कोई जानो किसी कै किछ हाथ है, सब करे कराया। जरा मरा ताप सिरत साप, सब हर के वस है, कोई लाग ना सके बिन हर का लाया। ऐसा हर नाम मन चित नित त्यावो, जन नानक जो अंति अवसर ले छड़ाया। सो ये इस तरह दे ठीक है, निजी तौर दे उत्ते हर किसी नूं हक है, भावें जिस नूं मर्जी मन्ने, जिस दे उत्ते मर्जी विश्वास करे, पर सरकारां नूं तां अपने उन्हां सिद्धांतां ते जिस नूं वो कहंदे हन कि असी साइंटिफिक तरीके नाल जिहड़ा संविधान दे विच भी लिखिया है उस तरीके नाल चलना चाहिए। बाकी थोड़े दिनां दी गल है, वो सारा सामने आ जाएगा। हुण होर भी कईयां ने दावे करने शुरू कर दिते हैं कि फलानी थां भी असी देखिया, उत्थे भी कई कुछ मौजूद है। सो ये अज दी दूसरी सुर्खी सी। इस दे बाद एक होर असी तुहानूं तस्वीर दिखानी चाहांगे। जथेदार प्रताप सिंह जी जिहड़े हैड ग्रंथी सचखंड श्री हजूर साहब दे विच हैड ग्रंथी हन, जथेदार साहब ने साहिब श्री गुरु ग्रंथ साहिब जी का एक हथ लिखत स्वरूप तैयार कर रहे हैं। दरअसल तखत साहिबान दे उत्ते हरमंदर साहब विच भी हथ लिखत गुरु ग्रंथ साहिब दे स्वरूप का प्रकाश हुंदा है, और जथेदार प्रताप सिंह जी जिहड़ा स्वरूप तैयार कर रहे हैं उसकी रामकली तक उन्होंने मुकम्मल कर लिया। गुरु की किरपा नाल 800 तो वध अंक वो लिख चुके हैं। उन्हों की कलम, उन्हों के हाथ मुबारक हैं, और जिहड़ी गुरु की बख्शिश के नाल वो इस महान कारज नूं उन्होंने अपने हाथ विच लिया, और बहुत सुंदर लिखाई दे विच वो इस सारी चीज़ नूं कारज नूं सरअंजाम दे रहे हैं। गुरु किरपा करे। इस दे बाद श्री अकाल तख्त साहिब दे उत्ते सिंह साहिबान दी होई इकत्तरता दे विच कुछ निर्णय ले गए। उन्हां चों पहला है कि जिहड़ी जैनोसाइड पटीशन एक निर्णय किया गया सी ऑल इंडिया सिख स्टूडेंट फैडरेशन वालों कि यूनाइटेड नेशनस दे विच जनेवा दे विच वो पटीशन दिती जाए कि सिखां दी नस्लकुशी हुई है। इस दे बारे अकाल तख्त साहब ने प्रवानगी दी है, और हर सिख नूं ये अपील की है या आदेश कह लो कि उस जैनोसाइड पटीशन के उत्ते दस्तखत करे कि ये नस्लकुशी के उत्ते UNO दे विच जिहड़ी पटीशन दी जानी है। इस दे नाल ही भेखी गुरुआं दे बारे उन्होंने एक होर आदेश दिता है कि पातशाह या पातशाही लफज ये किसी व्यक्ति के बारे नहीं लगाया जा सकता, उसके अगे पिछे ये केवल सतगुर सच्चे पातशाह के नाम नाल ही लग सकता है। सो ये सन कुछ कुछ सुर्खियाँ। हुण इस तो बाद असी एक छोटा जिहा वक्फा लवांगे, और उस वक्फे के बाद तुहाडे नाल गलबात करांगे, और साडी कोशिश होएगी कि गतका, शस्त्र विद्या और ये जिहड़े विषय हैं इन्हां दे उत्ते असी गल कर सकीए। और इस दे बाद असी तुहाडे विचार, तुहाडीआं कॉल्स असी लैण दी कोशिश करांगे कि 9 बजे तुहाडे विचार असी लईए कि तुसी की समझदे हो कि ये जो कर्म कांड है, जिहड़े कर्म कांड राही ये कहना कि इत्थे मिलेगा सोना मिलेगा, कि इस तरह की किसी आस दे विच अपने आप नूं उलझाना
कित्थे तक सही है, कि किरत करके कुछ हासिल करना है या इस तरह के कर्म कांड राही असी कुछ हासिल करने की आस रखीए। एक वक्फे के बाद हाज़र हुन्ने आ, तुसी लाइन के उत्ते रहना और अपने विचार 9 बजे जरूर देने की कृपा करनी। गैट पंजाबी दे दानश्वर दर्शकों ते सुचेत ਸਰੋਤਾ जनां दा वक्फे दे बाद का स्वागत है। असीं इस वक्फे तो पहलां तुहाडे नाल गलबात कीती सी कि किस तरीके दे नाल किवें कोई एक व्यक्ति नहीं, कोई दो व्यक्ति नहीं, हुण जे हुकूमत ही, जे सरकार ही जे उन्हां तंत्रां मंत्रां दे चक्कर च पै जाएगी तो फिर आम आदमी कित्थे तक जाएगा, उसका की हशर होएगा। उहदे उत्ते भी तुहाडे विचार लवांगे। पर जिहड़ा दूसरा विषय बहुत ही अहम है, सतगुर सच्चे पातशाह साहिब श्री गुरु गोबिंद सिंह जी महाराज ने एक छोटा जिहा लफज वरतिया पर जिहड़ा बड़े वड्डे सिद्धांत नूं जन्म दिंदा है। खड़ग हाथ जिन तजो, तलवार दे दस्ते तो हाथ हटा लो, खड़ग हाथ जिन तजो खड़ग धारा सहो। वो तलवार तुहाडी गर्दन ते आके वजेगी। अगर तुसी बलहीन हो तो फिर उसका की हशर हुंदा है। भारत दा हज़ारां साल की गुलामी वो देख चुकी है। पंजाबी यूनिवर्सिटी ने जिहड़ा प्रोग्राम उलीकिया है, गतके नूं मार्शल आर्ट के तौर के उत्ते प्रवानगी दे के 1 साल का डिप्लोमा कोर्स उन्होंने किया और जिस ते गतके के सारे पक्ष वो करन जा रहे हैं। सानू बहुत खुशी है। साडे नाल भाई साहब भाई जंगवीर सिंह जी जिहड़े विद्वान हैं, गुरमत अध्ययन है और जीवन है, साडे नाल लाइन दे उत्ते जुड़े हैं और वो इस दे बारे गल करनगे क्योंकि वो खुद गतके दे जौहर बड़ी अच्छी तरह जानते हैं। सिंह साहब जी, भाई जंगवीर सिंह जी, गैट पंजाबी राही अमरीका ते कैनेडा के दर्शकों के रूबरू होने लई तुहाडा निੱਘਾ स्वागत है। जी आयां नूं ते वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। गैट पंजाबी दे सारे ਸਰੋਤਿਆਂ ਨੂੰ ਦਾਸ ਵੱਲੋਂ फतेह प्रवान होए। जी जी सिंह साहब जी, ये तुसी तां खुद गतके दे बहुत अच्छे, मतलब तुहानू तुहाडे ते बख्शिश है ना, तुसी खुद आप उसका अभ्यास हमेशा करते हो, बल्कि तुसी बहुत विद्यार्थियों नूं भी उन्होंने इस पासे प्रेरणा दी और जिसका असर सीधा ये नज़र आया कि ना केवल वो शस्त्रधारी होए बल्कि जिहड़े पहला साबित सूरत नहीं सन वो भी इस पासे आए। तुसी साडे दर्शकों नूं दस सकोगे कि ये जिहड़ा पंजाबी यूनिवर्सिटी ने इसनूं एक अकादमिक पद्धर दे उत्ते डिप्लोमे का कोर्स शुरू किया है, इसका तुसी इसनूं किस नज़र नाल देखते हो कि ये सही है, कि इस दे नाल कोई फायदा होएगा या इस दे नाल की तब्दीली की तुसी आस करते हो? लंबा जी, ये तां जिहड़ा उपराला पंजाबी यूनिवर्सिटी ने कीता है, ये तां बहुत समा पहला करना चाहिदा सी, पर चलो जे हुण भी कीता तां बहुत ये एक शलाघायोग कदम है। गुरु गोबिंद सिंह साहिब जी महाराज जदों सचखंड श्री हजूर साहिब ज्योति जोत समाउण लगे सी तां उस समय ਸਿੰਘਾਂ ਨੂੰ बैराग करदियां देख के सतगुरु साहब जी ने 2 वचन अपने खालसे ਨੂੰ संबोधन हो करके कहे सी कि खालसा जी साडे 2 वचन सदा याद रखने। एक तां गुरबाणी ਨੂੰ कदे ना विसारना, दूसरा शस्त्र विद्या ਨੂੰ कदे भी अपने कोलों विसरन ना देना, कदे शस्त्रां दा अभ्यास ना त्यागना। संसार दी कोई कौम तुहानू गुलाम नहीं कर सकेगी। आस्ता आस्ता जिथे गुरबाणी दा प्यार सिखां दे अंदरों अजोके समय विच घटिया, शस्त्र विद्या वो साडे शास्त्रां दी जिहड़ी पुरातनता वो आस्ता आस्ता गुम हुंदी चली गई। जदों कि सिख संप्रदावां ने, कुछ सिख जथेबंदियां ने
ਬਹੁਤ ਵੱਡੇ ਉਪਰਾਲੇ ਕੀਤੇ। ਮੈਂ ਸਮਝਦਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਹ ਉਪਰਾਲਾ ਪਹਿਲੋਂ ਕਰਨਾ ਚਾਹੀਦਾ ਸੀ, ਪਰ ਜੇ ਹੁਣ ਉਹਨਾਂ ਨੇ ਕੀਤਾ ਤਾਂ ਬਹੁਤ ਇਹ ਚੰਗੀ ਗੱਲ ਹੈ। ਇਹਦੇ ਨਾਲ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲੇਗਾ। ਜੀ ਜੀ ਭਾਈ ਸਾਹਿਬ ਜੀ, ਇਤਿਹਾਸ ਦੇ ਵਿੱਚ ਅੰਕਿਤ ਹੈ ਕਿ ਜਿਸ ਵੇਲੇ ਅੰਗਰੇਜ਼ਾਂ ਦਾ ਕਬਜ਼ਾ ਪੰਜਾਬ ਵਿੱਚ ਹੋ ਗਿਆ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੇ ਦੇਖਿਆ ਕਿ ਕਿੰਨੇ ਸੂਰਮਗਤਾਈ ਵਾਲੇ ਔਰ ਦਿੱਖ ਵਿੱਚ ਕਿੰਨੇ ਸੋਹਣੇ ਸੂਰਬੀਰ ਯੋਧੇ ਨਜ਼ਰ ਆਉਂਦੇ ਹਨ। ਉਹਨਾਂ ਨੇ ਨਿਹੰਗ ਸਿੰਘਾਂ ਦੀ ਵੀ ਇੱਕ ਪਲਟਨ ਬਣਾਉਣੀ ਚਾਹੀ, ਪਰ ਉਹਨਾਂ ਦੀ ਜਦੋਂ ਉਹਨਾਂ ਨੇ ਕਵਾਇਦ ਔਰ ਪਰੇਡ ਕਰਾਉਣੀ ਚਾਹੀ ਤਾਂ ਉਹ ਕਾਮਯਾਬ ਨਹੀਂ ਹੋਏ, ਕਿਉਂਕਿ ਉਹਨਾਂ ਦਾ ਕਹਿਣਾ ਸੀ ਜਦੋਂ ਅਸੀਂ ਕਹੀਏ ਸੱਜਾ ਪੈਰ ਅੱਗੇ ਰੱਖੋ ਤੇ ਸੱਜਾ ਰੱਖਣ, ਜਦੋਂ ਕਹੀਏ ਖੱਬਾ ਰੱਖਣ ਤਾਂ ਉਹ ਨਿਹੰਗ ਸਿੰਘਾਂ ਦਾ ਕਹਿਣਾ ਸੀ ਅਸੀਂ ਤੁਹਾਨੂੰ ਇਹ ਦੱਸੋ ਪਹੁੰਚਣਾ ਕਿੱਥੇ ਹੈ, ਪਰ ਇਹ ਜਿਹੜਾ ਤੁਸੀਂ ਕਰ ਰਹੇ ਹੋ ਇਹ ਸਾਨੂੰ ਪ੍ਰਵਾਨ ਨਹੀਂ। ਸੋ ਅੱਜ ਵੀ ਜਿਹੜਾ ਯੂਨੀਵਰਸਿਟੀ ਵਿੱਚ ਜਿਸ ਤਰੀਕੇ ਨਾਲ ਗੱਤਕੇ ਦੇ ਸਿਖਾਏ ਜਾਣਗੇ, ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਸਾਡੀਆਂ ਸੰਪਰਦਾਵਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, ਕੀ ਇਹ ਉਹਨਾਂ ਦੇ ਨਾਲ ਇਸ ਦੀ ਕੋਆਰਡੀਨੇਸ਼ਨ ਜਾਂ ਉਹਨਾਂ ਦੇ ਨਾਲ ਤਾਲਮੇਲ ਬੈਠ ਸਕਣਗੇ? ਉਹ ਲੰਬਾ ਜੀ ਪਹਿਲਾਂ ਦੇਖਣਾ ਪਵੇਗਾ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਸ਼ੁਰੂਆਤ ਕਰਦੇ ਆ, ਕਿਉਂਕਿ ਮੈਨੂੰ ਪੂਰੀ ਜਾਣਕਾਰੀ ਨਹੀਂ ਹੈ ਜੇ ਕਿ ਉਹਨਾਂ ਨੇ ਕੋਰਸ ਕਿਵੇਂ ਦਾ ਸ਼ੁਰੂ ਕੀਤਾ ਹੈਗਾ ਜੀ। ਅਸਲ ਦੇ ਵਿੱਚ ਮੁੱਖ ਤੌਰ ਤੇ ਜੋ ਸੰਪਰਦਾਵਾਂ ਵਿੱਚ ਸਮਝਿਆ ਜਾਂਦਾ, ਕਿਸੇ ਵੀ ਤਰ੍ਹਾਂ ਅਸੀਂ ਜਿਵੇਂ ਆਮ ਕੌਮਾਂ ਵਿੱਚ ਸ਼ਾਸਤਰ ਨੂੰ ਸਮਝਿਆ ਜਾਂਦਾ, ਸਿੱਖ ਕੌਮ ਦੇ ਅੰਦਰ ਸ਼ਾਸਤਰ ਨੂੰ ਉਸ ਤਰ੍ਹਾਂ ਨਹੀਂ ਸਮਝਿਆ ਜਾਂਦਾ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਸ਼ਾਸਤਰ ਦਾ ਸਤਿਕਾਰ ਤੇ ਉਸ ਦੀ ਪੂਜਾ ਕਰਦੇ ਹਾਂ। ਜੀ ਹਾਂ, ਇਸ਼ਟ ਹੈ ਨਾ, ਇਸ਼ਟ ਹੈਗਾ। ਹਾਂਜੀ, ਆਪਣਾ ਇਸ਼ਟ ਰੂਪ ਮੰਨ ਕੇ ਚੱਲਦੇ ਹਾਂ, ਕਿਉਂਕਿ ਗੁਰੂ ਸਾਹਿਬ ਜੀ ਨੇ ਵੀ ਆਪਣੇ ਸ੍ਰੀ ਮੁਖ ਤੋਂ ਕਿਹਾ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸਾਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ। ਜੀ, ਤਾਂ ਇਸ ਕਰਕੇ ਜਿਵੇਂ ਸ੍ਰੀ ਸਾਹਿਬ ਨੂੰ, ਕਿਰਪਾਨ ਨੂੰ ਆਪਾਂ ਥੱਲੇ ਨਹੀਂ ਰੱਖਦੇ, ਸਰਾਣੇ ਵਾਲੇ ਪਾਸੇ ਉੱਚੀ ਜਗ੍ਹਾ ਤੇ ਰੱਖਦੇ ਆ, ਆਪਣਾ ਇਸ਼ਟ ਦੇਵ ਮੰਨਦੇ ਆ। ਤੇ ਜੇ ਕੋਈ ਪੜ੍ਹੇ ਲਿਖੇ ਜਿਸ ਤਰ੍ਹਾਂ ਅੱਜ ਕੱਲ ਦੇ ਅਜੋਕੇ ਸਮੇਂ 'ਚ ਉਹ ਸ਼ਸਤਰ ਦਾ ਸਤਿਕਾਰ ਨਹੀਂ ਰੱਖਦੇ ਜਾਂ ਇੱਕ ਸਿਰਫ ਕਲਾ ਦੇ ਤੌਰ ਤੇ ਇਸ ਨੂੰ ਲੈਂਦੇ ਆ, ਤਾਂ ਉਹਦੇ ਨਾਲ ਥੋੜਾ ਜਿਹਾ ਆਪਸ ਦੇ ਵਿੱਚ ਹੋ ਸਕਦਾ ਜੀ। ਸਿੱਖ ਜਥੇਬੰਦੀਆਂ ਦੇ ਅੰਦਰ ਮੁੱਖ ਇਹ ਹੈ ਕਿ ਜਿੱਥੇ ਸ਼ਸਤਰ ਵਿੱਦਿਆ ਸਿਖਾਈ ਜਾਂਦੀ ਹੈ, ਮੁੱਖ ਸ਼ਸਤਰਾਂ ਦਾ ਸਤਿਕਾਰ ਕਰਨਾ ਤੇ ਉਹਨਾਂ ਦੇ ਜੋ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਕਮਰ ਕੱਸੇ ਦੇ ਗੁਟਕੇ ਸਾਹਿਬ ਨੇ, ਮਹਾਰਾਜ ਜੀ ਦੇ ਉਹ ਸ਼ਸਤਰਨਾਮ ਮਾਲਾ ਦੇ ਸ਼ਬਦ ਨੇ, ਉਹਨਾਂ ਸ਼ਬਦਾਂ ਦਾ ਜਾਪ ਕਰਨਾ, ਅਭਿਆਸ ਕਰਨਾ ਇਹ ਜ਼ਰੂਰੀ ਹੈ। ਜੀ 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 ਤੇ ਬਿਲਕੁਲ, ਕਿਉਂਕਿ ਭਾਈ ਸਾਹਿਬ ਜੀ ਇੱਕ ਆਸ ਦੀ ਚੰਗੀ ਕਿਰਨ ਇਸ ਕਰਕੇ ਨਜ਼ਰ ਆਉਂਦੀ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਬੜੇ ਹੀ ਸੰਵੇਦਨਸ਼ੀਲ ਜਿਹੜੇ ਵਿਸ਼ੇ ਹੈ, ਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਧਰਮ ਅਧਿਐਨ ਵਿਭਾਗ, ਗੁਰਬਾਣੀ ਸੰਗੀਤ ਦਾ, ਗੁਰਬਾਣੀ ਪਰੰਪਰਾ ਦਾ, ਪੁਰਾਤਨ ਰਾਗਾਂ ਦੇ ਉੱਤੇ ਕਰਨ ਦਾ, ਔਰ ਉਹ ਜਿਹੜੇ ਵੀ ਵਿਭਾਗ ਉਹਨਾਂ ਦੇ ਚੱਲ ਰਹੇ ਹੈ, ਪੂਰੇ ਪੰਥ ਵੱਲੋਂ ਉਸ ਨੂੰ ਪ੍ਰਵਾਨਗੀ ਮਿਲੀ ਹੈ ਔਰ ਉਹਨਾਂ ਨੇ ਪੂਰੇ ਦਾ ਪੂਰਾ ਉਸ ਚੀਜ਼ ਦਾ ਖਿਆਲ ਰੱਖਿਆ। ਸੋ ਜੇਕਰ ਉਹ ਇਸ ਤਰ੍ਹਾਂ ਦਾ ਕਰਕੇ ਕਰ ਸਕਦੇ ਹੈ ਤਾਂ ਕਿ ਜਿਹੜੀ ਸਾਡੀ ਪਰੰਪਰਾ ਹੈ ਉਹਦੇ ਨਾਲ ਮਿਲਾ ਕੇ ਇਹਨੂੰ ਤੋਰਦੇ ਹੈ, ਫਿਰ ਤਾਂ ਇਹਦਾ ਸਵਾਗਤ ਹੀ ਕਰਨਾ ਚਾਹੀਦਾ ਹੈ ਕਿ ਕੁਦਰਤੀ ਤੌਰ ਦੇ ਉੱਤੇ ਬਾਹਰਲਿਆਂ ਨੂੰ ਇਸ ਦੇ ਨਾਲ ਹੋਰ ਇਹਦੀ ਪਛਾਣ ਔਰ ਇਸ ਚੀਜ਼ ਦਾ ਪ੍ਰਚਾਰ ਪ੍ਰਸਾਰ ਵਿੱਚ ਵਾਧਾ ਹੋਏਗਾ ਔਰ ਜਿਹੜਾ ਸਾਡਾ ਸ਼ਸਤਰ ਹੈ ਉਹਨੂੰ ਸਹੀ ਰੂਪ ਵਿੱਚ ਪੇਸ਼ ਕੀਤਾ ਜਾਏਗਾ। ਹਾਂਜੀ, ਇਹਦੇ ਨਾਲ ਜਿਸ ਤਰ੍ਹਾਂ ਜੇ ਤਾਂ ਪੰਜਾਬੀ ਯੂਨੀਵਰਸਿਟੀ ਨੇ ਏਡਾ ਵੱਡਾ ਉਪਰਾਲਾ ਕੀਤਾ ਹੈਗਾ ਤਾਂ ਇਹ ਤਾਂ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ। ਜਿਵੇਂ ਅਸੀਂ ਇੱਥੇ ਨੌਜਵਾਨਾਂ ਦੇ ਵਿੱਚ ਇੱਕ ਗੁਰਸਿੱਖੀ ਦੀ ਪਿਆਰ ਜਾਂ ਗੁਰਬਾਣੀ ਦਾ ਪਿਆਰ ਪ੍ਰਗਟ ਕਰਨ ਵਾਸਤੇ ਆਪਾਂ ਸਾਲ ਕੁ ਬਾਅਦ ਗੱਤਕਾ ਮੁਕਾਬਲਾ ਕਰਵਾਈਦਾ, ਉਹਦੇ ਨਾਲ ਹੀ ਉਹਨਾਂ ਵਿੱਚ ਇੰਨੀ ਕੁ ਸਪਿਰਿਟ ਭਰੀ ਜਾਂਦੀ ਹੈ, ਉਹ ਅਗਲੇ ਸਾਲ ਵਾਸਤੇ ਮਿਹਨਤ ਕਰਦੇ ਆ। ਤਾਂ ਜੇ ਇੱਕ ਯੂਨੀਵਰਸਿਟੀ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਤਾਂ ਇਹ ਤਾਂ ਬਹੁਤ ਜ਼ਿਆਦਾ ਇੱਕ ਵਧੀਆ ਨੌਜਵਾਨਾਂ ਨੂੰ ਉਤਸ਼ਾਹ ਮਿਲੇਗਾ। ਗੁਰੂ ਸਾਹਿਬ ਕਿਰਪਾ ਕਰਨ। ਇਹਦੇ ਜਿਵੇਂ ਕੋਈ ਆਪਾਂ ਕੋਈ ਵੀ ਕਾਰਜ ਸ਼ੁਰੂ ਕਰਦੇ ਆ, ਉਹਦਾ ਰਿਜ਼ਲਟ, ਉਹਦੀ ਆਊਟਪੁੱਟ ਜਦੋਂ ਆਪਾਂ ਨੂੰ ਸਾਹਮਣੇ ਦੇਖਣ ਨੂੰ ਮਿਲਦੀ ਹੈ, ਆਪਾਂ ਜਦੋਂ ਇੱਥੇ ਆ ਕੇ ਵੀ ਕੇਵਲ ਮੇਰਾ ਮਕਸਦ ਇਹ ਨਹੀਂ ਕਿਸੇ ਨੂੰ ਸ਼ਸਤਰ ਵਿੱਦਿਆ ਹੀ ਸਿਖਾਉਣਾ, ਜਦੋਂ ਕੋਈ ਕੇਸਾ ਦੀ ਬੇਅਦਬੀ ਵੀ ਕੀਤੀ ਹੈ ਆ ਕੇ ਗੁਰਬਾਣੀ ਸਿੱਖਦੇ ਆ ਤਾਂ ਅਸੀਂ ਸਿਖਾਉਂਦੇ ਹਾਂ। ਹਾਂਜੀ ਹਾਂਜੀ, ਜੇ ਕੇਸਾਂ ਦੀ ਬੇਅਦਬੀ ਕੀਤੀ, ਉਹਦੇ ਮਨ ਵਿੱਚ ਉਤਸ਼ਾਹ ਹੈ ਕਿ ਮੈਂ ਗੱਤਕੇ ਦੀ ਵਿੱਦਿਆ ਸਿੱਖਣੀ ਹੈ, ਮੈਂ ਮਾਰਸ਼ਲ ਆਰਟ ਸਿੱਖਣਾ, ਤਾਂ ਅਸੀਂ ਸਿਖਾਉਂਦੇ ਹਾਂ। ਜੀ
ਜੀ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਆਪਣੇ ਆਪ ਹੀ ਉਹ 6 ਮਹੀਨੇ ਦੇ ਵਿੱਚ ਗੱਤਕਾ ਸਿੱਖਦਿਆਂ ਉਹਦੇ ਮਨ ਵਿੱਚ ਇਹ ਪਰਿਵਰਤਨ ਆਉਂਦਾ ਹੈ ਜੀ ਕਿ ਜਿੱਥੇ ਮੈਂ ਸ਼ਸਤਰ ਵਿੱਦਿਆ ਸਿੱਖ ਰਿਹਾ ਤੇ ਕੇਸ ਰੱਖਣੇ ਕਿੰਨੇ ਜ਼ਰੂਰੀ ਆ, ਗੁਰਬਾਣੀ ਪੜ੍ਹਨੀ ਕਿੰਨੀ ਜ਼ਰੂਰੀ ਆ। ਕਿਉਂਕਿ ਫਿਰ ਅਸੀਂ ਕਲਾਸ ਦੇ ਵਿੱਚ ਦੱਸਦੇ ਨਹੀਂ ਆ ਜੀ ਕਿ ਜੇ ਤੁਸੀਂ ਗੁਰਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਤਾਂ ਇਹ ਸ਼ਸਤਰ ਵਿੱਦਿਆ ਜਿਹੜੀ ਆ ਤੁਹਾਡੇ ਕੰਮ ਨਹੀਂ ਆ ਸਕਦੀ। ਜੀ 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 ਜੇ ਤੁਹਾਡੇ ਕੋਲ ਪ੍ਰੇਮਾ ਭਗਤੀ ਨਹੀਂ ਹੈ, ਵਾਹਿਗੁਰੂ ਦਾ ਨਾਮ ਨਹੀਂ ਹੈ, ਤਾਂ ਵੀ ਸ਼ਸਤਰ ਵਿੱਦਿਆ ਜਿਹੜੀ ਆ ਉਹ ਤੁਹਾਡੇ ਕੋਲ ਅਧੂਰੀ ਹੈ। ਜੀ 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 ਬਿਲਕੁਲ। ਗੁਰਬਾਣੀ ਪੜ੍ਹਦੇ ਆ, ਸ਼ਸਤਰ ਵਿੱਦਿਆ ਸਿੱਖਦੇ ਆ, ਹੌਲੀ ਹੌਲੀ ਆਪਣੇ ਆਪ ਹੀ ਉਹਨਾਂ ਦੇ ਮਨ ਅੰਦਰ ਸਿੱਖੀ ਦਾ ਪਿਆਰ ਪ੍ਰਗਟ ਹੁੰਦਾ ਹੈ, ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਤੇ ਕੁਰਬਾਨੀਆਂ ਬਾਰੇ ਪਤਾ ਲੱਗਦਾ ਹੈ। ਇੱਕ ਆਪਣੇ ਆਪ ਹੀ ਉਸ ਦੇ ਅੰਦਰੋਂ ਜਦੋਂ ਪਿਆਰ ਪ੍ਰਗਟ ਹੁੰਦਾ ਤੇ ਉਹ ਮੈਂ ਸਮਝਦਾ ਜਿਹੜਾ ਬਣਿਆ ਸਿੱਖ ਹੈ ਉਹ ਕਦੇ ਜ਼ਿੰਦਗੀ ਵਿੱਚ ਡੋਲਦਾ ਨਹੀਂ। ਜੀ ਸੋ ਭਾਈ ਸਾਹਿਬ ਤੁਸੀਂ ਕਹਿਣਾ ਚਾਹੁੰਦੇ ਹੋ ਧਰਮ ਵਿਹੀਣ ਵਿਅਕਤੀ ਦੇ ਹੱਥ ਵਿੱਚ ਫੜੀ ਹੋਈ ਤਲਵਾਰ ਇੱਕ ਤਲਵਾਰ ਹੈ, ਪਰ ਧਾਰਮਿਕ ਵਿਅਕਤੀ ਦੇ ਹੱਥ ਵਿੱਚ ਜਦੋਂ ਆ ਜਾਏ ਗੁਰੂ ਦੀ ਕਿਰਪਾ ਨਾਲ ਉਹ ਕਿਰਪਾਨ ਬਣ ਜਾਂਦੀ ਹੈ। ਜੀ ਜੀ ਲੰਬਾ ਸਾਹਿਬ ਬਿਲਕੁਲ ਦਰੁਸਤ ਜੀ ਭਾਈ ਸਾਹਿਬ ਅਖੀਰ ਵਿੱਚ ਸਿਰਫ ਇੱਕ ਅੱਧਾ ਤੁਹਾਡੇ ਕੋਲੋਂ ਜਾਣਕਾਰੀ ਲਵਾਂਗੇ, ਇੱਕ ਵਕਫੇ ਦੇ ਬਾਅਦ ਤੁਸੀਂ ਕਿਰਪਾ ਕਰਕੇ ਲਾਈਨ ਦੇ ਉੱਤੇ ਬਣੇ ਰਹਿਣਾ। 7 ਵਜੇ ਇੱਕ ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸਕੇਤ, ਅਸਧੁਜ, ਖੜਗਕੇਤ, ਖੜਗਧੁਜ ਇਹ ਇੱਕੋ ਹੀ ਲਫ਼ਜ਼ ਦੇ ਪਰਿਆਇਵਾਚੀ ਹਨ। ਨਿਸ਼ਾਨ ਸਾਹਿਬ ਜਾਂ ਉਹ ਜਿਸ ਦੇ ਝੰਡੇ ਦੇ ਵਿੱਚ ਕੇਤੂ ਝੰਡੇ ਨੂੰ ਕਹਿੰਦੇ, ਅਸ ਕਿਰਪਾਨਾਂ ਨੂੰ ਕਹਿੰਦੇ, ਖੜਗ ਕਿਰਪਾਨ ਹੈ, ਧੁਜ ਖੜਗਧੁਜ, ਅਸਧੁਜ, ਖੜਗਕੇਤ, ਅਸਕੇਤ ਇੱਕੋ ਹੀ ਲਫ਼ਜ਼ ਹੈ। ਉਹ ਸ਼ਕਤੀ ਜਿਸ ਦੇ ਝੰਡੇ ਦੇ ਵਿੱਚ ਖੰਡੇ ਕਿਰਪਾਨਾਂ ਦਾ ਨਿਸ਼ਾਨ ਹੈ, ਵਾਹਿਗੁਰੂ ਦਾ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਲਫ਼ਜ਼ ਦੇ ਵਿੱਚ ਸ਼ਾਇਦ ਵਿਆਖਿਆ ਕੀਤੀ, ਜੇ ਪੂਜਾ ਅਸਕੇਤ ਕੀ ਨਿਤ ਪ੍ਰਤ ਕਰੇ ਬਣਾਏ, ਤਿਨ ਕਰ ਆਪਣੋ ਹਾਥ ਦੇ ਅਸਧੁਜ ਲੇਤ ਬਚਾਏ। ਜੇ ਅਸਕੇਤ ਦੀ ਪੂਜਾ ਕਰੋ, ਅਸਧੁਜ ਸਹਾਈ ਹੋਵੇਗਾ। ਸਾਡੇ ਨਾਲ ਭਾਈ ਸਾਹਿਬ ਭਾਈ ਜੰਗਬੀਰ ਸਿੰਘ ਜੀ ਜਿਹੜੇ ਖੁਦ ਵੀ ਗੱਤਕੇ ਦੇ ਵਿੱਚ ਪ੍ਰਵੀਨ ਹਨ ਔਰ ਗੁਰਮਤ ਤੇ ਗਿਆਤਾ ਹਨ, ਸਾਡੇ ਨਾਲ ਲਾਈਨ ਤੇ ਜੁੜੇ ਹਨ। ਸਿੰਘ ਸਾਹਿਬ ਜੀ ਵਕਫੇ ਦੇ ਬਾਅਦ ਤੁਹਾਡਾ ਨਿੱਘਾ ਸਵਾਗਤ ਹੈ। ਤੁਸੀਂ ਖੁਦ ਕਾਫੀ ਵਿਦਿਆਰਥੀਆਂ ਨੂੰ ਗੱਤਕੇ ਦੀ ਟ੍ਰੇਨਿੰਗ ਦਿੱਤੀ, ਤੁਹਾਨੂੰ ਕਿੰਨੀ ਕੁ ਤਸੱਲੀ ਹੈ, ਕਿੰਨੀ ਕੁ ਰੁਚੀ ਹੈ, ਕਿੰਨਾ ਕੁ ਸਹਿਯੋਗ ਹੈ, ਕਿੰਨੀ ਕੁ ਇਸ ਦੇ ਪ੍ਰਤੀ ਜਾਗਰੂਕਤਾ ਹੈ? ਕੀ ਤੁਸੀਂ ਇਸ ਦੇ ਸੈਟਿਸਫਾਈਡ ਹੋ, ਤੁਹਾਡੀ ਤਸੱਲੀ ਹੈ ਜਿਹੜਾ ਤੁਸੀਂ ਕਰਵਾ ਰਹੇ ਹੋ ਜਾਂ ਕੀਤਾ ਹੈ? ਨਵਾਂ ਸਾਹਿਬ, ਜਦੋਂ ਕਿਤੇ ਵੀ ਹੁਣ ਦਾਸ ਵਿਚਰ ਕੇ ਹੀ ਕਥਾ ਦਾ ਪ੍ਰਚਾਰ ਕਰਦਾ ਹੈ, ਜਿਵੇਂ ਜਿੱਥੇ ਗੁਰਮੁਖ ਪਿਆਰੇ ਬੁਲਾਉਂਦੇ ਆ, ਜਾਂ ਰਿਚਮੰਡ ਹਿੱਲ ਜਾਂ ਕੈਨੇਡਾ ਵਿੱਚ ਮਾਲਟਨ ਗੁਰਦੁਆਰਾ ਸਾਹਿਬ, ਜਾਂ ਕਿਤੇ ਵੀ ਦਾਸ ਪਿੱਛੇ ਯੂਕੇ ਵੀ ਗਿਆ ਸੀਗਾ, ਜੀ ਜਿੱਥੇ ਜਿੱਥੇ ਵੀ ਆਪਾਂ ਕਥਾ ਵਾਸਤੇ ਜਾਂਦੇ ਆ, ਤਾਂ ਉੱਥੇ ਨੌਜਵਾਨ ਵਿਦਿਆਰਥੀਆਂ ਦੇ ਵਿੱਚ ਬਹੁਤ ਜ਼ਿਆਦਾ ਹੁਣ ਗੁਰਬਾਣੀ ਦੀ ਸੰਥਿਆ ਦੀ ਤੇ ਸ਼ਸਤਰ ਵਿੱਦਿਆ ਦੀ ਖਿੱਚ ਜਿਹੜੀ ਉਹ ਵੇਖੀ ਗਈ ਹੈ। ਜੀ ਤੇ ਦਾਸ ਨੂੰ ਤਾਂ ਜੇ ਕਿਤੇ ਨੌਜਵਾਨ ਵਿਦਿਆਰਥੀ ਨਹੀਂ ਪ੍ਰਾਪਤ ਹੁੰਦੇ, ਸਗੋਂ ਸਾਨੂੰ ਦਿਨ ਦੇ ਵਿੱਚ ਆਪਣਾ ਸਮਾਂ ਬਤੀਤ ਕਰਨਾ ਸਗੋਂ ਔਖਾ ਮਹਿਸੂਸ ਹੁੰਦਾ ਹੈ। ਜਿੰਨੇ ਵਿਦਿਆਰਥੀ ਪੜ੍ਹਨ ਵਾਲੇ ਹੋਣ ਜਾਂ ਗੱਤਕਾ ਸਿੱਖਣ ਵਾਲੇ ਹੋਣ, ਉਨਾ ਹੀ ਸਾਡਾ ਟਾਈਮ ਵਧੀਆ ਪਾਸ ਹੁੰਦਾ ਹੈ। ਪੜ੍ਹਾ ਕੇ ਗੱਤਕਾ ਸਿਖਾ ਕੇ ਅਸੀਂ ਸਮਝਦੇ ਹਾਂ ਕਿ ਸਾਡਾ ਇਹ ਸਮਾਂ ਸਫਲ ਹੋਇਆ, ਕਿਉਂਕਿ ਅਸੀਂ ਜਿਸ ਸੰਪਰਦਾ ਦੇ ਵਿੱਚੋਂ ਇਹ ਸਭ ਕੁਝ ਸਿੱਖਿਆ, ਬਹੁਤ ਹੀ ਸਾਨੂੰ ਇੱਕ ਪਿਆਰ ਦੇ ਨਾਲ, ਤੇ ਜਿਵੇਂ ਸਾਨੂੰ ਵਸਤਰ ਵੀ ਉੱਥੋਂ ਹੀ ਮਿਲਦੇ ਸੀਗੇ, ਸਾਰਾ ਕੁਝ ਹੀ ਉੱਥੋਂ ਹੀ ਪ੍ਰਾਪਤ ਹੁੰਦਾ ਸੀਗਾ। ਏਡਾ ਵੱਡਾ ਪਰਉਪਕਾਰ ਸਤਿਗੁਰੂ ਸਾਹਿਬ ਜੀ ਦੇ ਇਸ ਸੰਸਥਾ ਦੇ ਵਿੱਚੋਂ ਸਾਨੂੰ ਇਹ ਬਖਸ਼ਿਸ਼ ਪ੍ਰਾਪਤ ਹੋਈ। ਤਾਂ ਸਾਡਾ ਮਨ ਹੈ ਕਿ ਜਿੰਨਾ ਵੀ ਵੱਧ ਤੋਂ ਵੱਧ ਕਿਸੇ ਨੂੰ ਗੁਰਬਾਣੀ ਦੀ ਸੰਥਿਆ ਕਰਾ ਸਕੀਏ, ਗੱਤਕੇ ਦੀ ਸ਼ਸਤਰ ਵਿੱਦਿਆ ਦਾ ਅਭਿਆਸ ਕਰਵਾ ਸਕੀਏ, ਉਹਦੇ ਵਿੱਚ ਸਾਨੂੰ ਆਪਣਾ ਇਉਂ ਮਹਿਸੂਸ ਹੁੰਦਾ ਕਿ ਸਾਡਾ ਸਮਾਂ ਜਿਹੜਾ ਉਹ ਸਫਲ ਹੋ ਰਿਹਾ। ਦਿੱਤੀ ਹੋਈ ਵਿੱਦਿਆ ਨੂੰ, ਜਿਵੇਂ ਵਿਦਵਾਨ ਵੀ ਕਹਿੰਦੇ ਨੇ ਕਿ ਜਿਹੜੀ ਵਿੱਦਿਆ ਹੈ
ਉਹ ਅਭਿਆਸ ਤੋਂ ਬਿਨਾਂ ਜਿਹੜੀ ਉਹ ਜ਼ਹਿਰ ਬਣ ਜਾਂਦੀ ਹੈ। ਜਿਵੇਂ ਕਹਿੰਦੇ ਨੇ ਕਿ ਰੱਜ ਕੇ ਖਾਧਾ ਹੋਇਆ ਭੋਜਨ ਅੰਦਰ ਜਾ ਕੇ ਉਹ ਜ਼ਹਿਰ ਬਣ ਜਾਂਦਾ, ਸਹੀ ਕੰਮ ਨਹੀਂ ਕਰਦਾ। ਤੇ ਵਿਦਿਆ ਪੜ੍ਹ ਕੇ ਉਹਦਾ ਅਭਿਆਸ ਨਾ ਕਰੀਏ, ਵਿਖ ਵਿਦਿਆ ਅਭਿਆਸ ਬਿਨ ਭੋਜਨ ਗਰਲ ਅਗਾਏ, ਇਵੇਂ ਵਿਦਿਆ ਅਭਿਆਸ ਤੋਂ ਬਿਨਾਂ ਜਿਹੜੀ ਆ ਉਹ ਵਿਸਰ ਜਾਂਦੀ ਹੈ। ਜੇ ਆਪਾਂ ਸ਼ਸਤਰ ਵਿਦਿਆ ਸਿੱਖੀ ਹੋਵੇ ਪਰ ਉਹਦਾ ਅਭਿਆਸ ਨਾ ਕਮਾਇਆ ਹੋਵੇ, ਸਾਡਾ ਇਤਿਹਾਸ ਜ਼ਿਕਰ ਕਰਦਾ ਹੈ ਕਿ ਗੁਰੂ ਸਾਹਿਬ ਜੀ ਜਿੱਥੇ ਸ਼ਸਤਰ ਵਿਦਿਆ ਸਿਖਾਉਂਦੇ, ਗੁਰੂ ਸਾਹਿਬ ਆਪ ਵੀ ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਗੁਰਦੁਆਰਾ ਦਮਾਲਗੜ੍ਹ ਸਾਹਿਬ, ਉਹ ਮਹਾਰਾਜ ਦੇ ਸਤਿਗੁਰੂ ਜੀ ਦੀ ਉਹ ਯਾਦਗਾਰ ਵਿਦਿਆਮਾਨ ਹੈ। ਉੱਥੇ ਮਹਾਰਾਜ ਸਾਹਿਬ ਆਪ ਸ਼ਸਤਰ ਵਿਦਿਆ ਦਾ ਅਭਿਆਸ ਰੋਜ਼ ਕਰਦੇ, ਸਿੰਘਾਂ ਨੂੰ ਸ਼ਸਤਰ ਚਲਾਉਣ ਦੀ ਜਾਚ ਸਿਖਾਉਂਦੇ। ਆਪ ਵੀ ਮਹਾਰਾਜ ਸਾਹਿਬ ਜੀ ਸ਼ਸਤਰ ਵਿਦਿਆ ਦਾ ਅਭਿਆਸ ਕਰਿਆ ਕਰਦੇ। ਇਸ ਕਰਕੇ ਜਿੱਥੇ ਅਸੀਂ ਸਿਖਾਉਂਦੇ ਹਾਂ, ਸਾਨੂੰ ਸਿਖਾਉਣ ਦੇ ਨਾਲ ਨਾਲ ਆਪ ਵਿਦਿਆ ਦਾ ਅਭਿਆਸ ਕਰਨ ਦਾ ਵੀ ਮੌਕਾ ਮਿਲ ਜਾਂਦਾ ਜੀ। ਇੱਕ ਗੱਲ ਦੱਸੋਗੇ ਅਖੀਰ ਵਿੱਚ, ਕਿਉਂਕਿ ਸਮਾਂ ਸਮਾਪਤ ਹੈ। ਸ਼ਸਤਰ ਸਿੰਘ ਦੇ ਹੱਥ ਵਿੱਚ ਕਿਰਪਾਨ ਫੜੀ ਹੋਏ ਇੱਕ ਦੂਸਰੇ ਧਰਮ ਦਾ, ਜਾਂ ਇੱਥੇ ਹੀ ਲੈ ਲਓ ਹੱਥ ਦੇ ਵਿੱਚ ਸ੍ਰੀ ਸਾਹਿਬ ਹੋਏ, ਤੇ ਉਹ ਕਿਵੇਂ ਯਕੀਨ ਦਿਵਾਓਗੇ ਕਿ ਇਹ ਸ਼ਾਂਤੀ ਦਾ ਪ੍ਰਤੀਕ ਹੈ? ਗੁਰੂ ਸਾਹਿਬ ਜੀ ਦਾ ਸਾਜਿਆ ਸਿੰਘ ਹੋਵੇ, ਮੁਖ ਤੇ ਗੁਰਬਾਣੀ ਦਾ ਜਾਪ ਹੋਵੇ, ਨੇਤਰਾਂ ਵਿੱਚ ਨਾਮ ਦਾ ਨੂਰ ਹੋਵੇ, ਜਿਸ ਦੇ ਚਿਹਰੇ ਤੋਂ ਹੀ ਦੇਖਣ ਵਾਲੇ ਨੂੰ ਇਹ ਮਹਿਸੂਸ ਹੋਵੇਗਾ ਕਿ ਇਹਨਾਂ ਦੇ ਹੱਥ ਵਿੱਚ ਫੜੀ ਹੋਈ ਕਿਰਪਾਨ ਜਿਹੜੀ ਹੈ ਉਹ ਮੇਰੀ ਰੱਖਿਆ ਵਾਸਤੇ ਹੈ। ਜੇਕਰ ਕਿ ਤੁਹਾਡੇ ਕੋਲ ਨਾਮ ਦਾ ਸਰੂਰ ਨਹੀਂ, ਗੁਰਬਾਣੀ ਦਾ ਪਿਆਰ ਨਹੀਂ, ਤਾਂ ਦੇਖਣ ਵਾਲੇ ਨੂੰ ਤੁਹਾਡੇ ਚਿਹਰੇ ਤੋਂ ਹੀ ਇੱਕ ਜਿਹੜੀ ਜ਼ਾਲਮਾਨਾ ਤਰੀਕੇ ਨਾਲ ਦਿੱਖ ਜਿਹੜੀ ਉਹ ਪ੍ਰਤੀਤ ਹੋਵੇਗੀ। ਗੁਰੂ ਸਾਹਿਬ ਜੀ ਦੇ ਹੱਥ ਵਿੱਚ ਫੜੇ ਹੋਏ ਸ਼ਸਤਰ ਜਦੋਂ ਵੀ ਕੋਈ ਜਗਿਆਸੂ ਜਾਂ ਕੋਈ ਸਿੱਖ ਮਹਾਰਾਜ ਜੀ ਦੇ ਦਰਸ਼ਨ ਕਰਦਾ ਸੀ ਤਾਂ ਉਹ ਦਰਸ਼ਨ ਕਰਕੇ ਉਹਦੇ ਹਿਰਦੇ ਨੂੰ ਠੰਡ ਪੈ ਜਾਂਦੀ ਸੀ। ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਥੇ ਸਾਨੂੰ ਸ਼ਸਤਰ ਵਿਦਿਆ ਬਖਸ਼ਿਸ਼ ਕੀਤੀ ਹੈ, ਉੱਥੇ ਮਹਾਰਾਜ ਸਾਹਿਬ ਨੇ ਨਾਮ ਜਪਣਾ ਵੀ ਅਤੀ ਜ਼ਰੂਰੀ ਸਤਿਗੁਰੂ ਜੀ ਨੇ ਕਿਹਾ। ਇਸ ਕਰਕੇ ਸਿੰਘ ਦਾ ਜੀਵਨ ਨਾਮ ਨਾਲ ਰੰਗਰੇਜ਼ ਹੋਵੇ ਤਾਂ ਆਪਣੇ ਆਪ ਹੀ ਕਹਿਣ ਦੀ ਲੋੜ ਨਹੀਂ, ਦੇਖਣ ਵਾਲੇ ਨੂੰ ਪ੍ਰਤੀਤ ਹੋਵੇਗਾ ਕਿ ਇਹ ਸ਼ਸਤਰ ਸ਼ਾਂਤੀ ਦਾ ਪ੍ਰਤੀਕ ਹੈ। ਠੀਕ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ, ਤੁਸੀਂ ਬਹੁਤ ਕਿਰਪਾ ਕੀਤੀ ਔਰ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਇਹ ਸਨ ਭਾਈ ਸਾਹਿਬ ਭਾਈ ਜੰਗਬੀਰ ਸਿੰਘ ਜੀ, ਜਿਨ੍ਹਾਂ ਨੇ ਬਹੁਤ ਸੰਖੇਪ ਪਰ ਬਹੁਤ ਹੀ ਅੱਛੇ ਅੰਦਾਜ਼ ਦੇ ਵਿੱਚ ਸ਼ਸਤਰਾਂ ਦੀ ਮਹੱਤਤਾ ਔਰ ਇਹ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਉਪਰਾਲਾ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਇਸ ਵਿਸ਼ੇ ਦੇ ਉੱਤੇ। ਅਤੇ ਨਾਲ ਹੀ ਜਿਹੜਾ ਉਹ ਤਾਂਤਰਿਕ ਦੇ ਕਹਿਣ ਦੇ ਉੱਤੇ ਭਾਰਤ ਸਰਕਾਰ ਪੱਬਾਂ ਭਾਰ ਹੋ ਕੇ ਜਿਸ ਨੇ ਖੁਦਾਈ ਸ਼ੁਰੂ ਕਰਾ ਦਿੱਤੀ ਹੈ, ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ ਜੀ, ਵਾਹਿਗੁਰੂ ਜੀ ਕੀ ਜੋ ਫਤਿਹ। ਸਰਦਾਰ ਸਾਹਿਬ ਹੁਣੇ ਭਾਈ ਸਾਹਿਬ ਕਹਿ ਕੇ ਗਏ, ਉਹਨਾਂ ਦੇ ਨਾਲ ਦੋ ਗੱਲਾਂ ਤੇ ਮੈਂ ਬਹੁਤ ਸਹਿਮਤ ਹਾਂ, 200% ਸਹਿਮਤ ਹਾਂ। ਆਪ ਜੀ ਦਾ ਸ਼ੁਭ ਨਾਮ, ਕਿੱਥੋਂ ਬੋਲ ਰਹੇ ਹੋ? ਮੇਰਾ ਨਾਮ ਜੀ ਅਜੀਤ ਸਿੰਘ, ਸ਼ਿਕਾਗੋ ਤੋਂ ਬੋਲ ਰਿਹਾ ਜੀ। ਜੀ ਜੀ। ਬਾਕੀ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਕਿ ਬਾਣੀ ਤੇ ਜੀ ਜੀ ਕਰਨਾ ਵਿਸਰ ਜਾਏ, ਗੁਰੂ ਸਾਹਿਬਾਂ ਨੇ ਪਹਿਲਾਂ ਸਾਨੂੰ ਬਾਣੀ ਦਿੱਤੀ ਜੀ। ਹਾਂਜੀ ਹਾਂਜੀ ਹਾਂਜੀ, ਤੁਸੀਂ ਲਾਈਨ ਤੇ ਹੋ। ਪਹਿਲਾਂ ਗੁਰੂ ਸਾਹਿਬਾਂ ਨੇ ਸਾਨੂੰ ਬਾਣੀ ਦਿੱਤੀ, ਫਿਰ ਬਾਣਾ ਦਿੱਤਾ ਜੀ। ਉਸ ਤੋਂ ਬਾਅਦ ਸਾਨੂੰ ਬਾਣੀ ਦੇ ਵਿੱਚ ਰੰਗ ਕੇ ਉਹ ਤੁਹਾਡੀ ਸ਼ਸਤਰ ਵਿਦਿਆ ਦਿੱਤੀ ਜੀ। ਸ਼ਸਤਰ ਵਿਦਿਆ ਦਾ ਰੰਗ ਚੜਾ ਕੇ ਸ਼ਸਤਰਾਂ ਦਾ ਕਿਵੇਂ ਅਭਿਆਸ ਕਰਨਾ ਉਹ ਦਿੱਤਾ ਜੀ। ਗੁਰੂ ਸਾਹਿਬਾਂ ਨੇ ਸਿੱਖਾਂ ਨੂੰ, ਪੁੱਤਰਾਂ ਨੂੰ ਉਹਨਾਂ ਨੇ ਕਿਹਾ, ਬੇਟਿਓ ਅੱਜ ਤੋਂ ਤੁਸੀਂ ਸ਼ਹਿਜ਼ਾਦੇ ਹੋ, ਸ਼ਹਿਜ਼ਾਦਿਆਂ ਦੀ ਤਰ੍ਹਾਂ, ਰਾਜਕੁਮਾਰਾਂ ਦੀ ਤਰ੍ਹਾਂ ਤੁਰਨਾ। ਔਰ ਬੇਟੀਆਂ ਨੂੰ ਕਿਹਾ, ਬੇਟੀਓ ਮੈਂ ਤੁਹਾਨੂੰ ਕੋਈ ਤੁਹਾਡੇ ਟੈਲੀਫੋਨ ਉਹਨਾਂ ਨੇ ਬੇਟੀਓ ਤੁਸੀਂ ਵੀ ਅੱਜ ਤੱਕ ਰਾਜਕੁਮਾਰੀਆਂ ਹੋ ਔਰ ਰਾਜਕੁਮਾਰੀਆਂ ਦੀ ਤਰ੍ਹਾਂ ਤੁਰਨਾ। ਅੱਜ ਤੁਸੀਂ ਇੱਥੇ ਅੱਜ ਕੱਲ ਭੁੱਲ ਚੁੱਕੇ ਹਾਂ ਕਿ ਤੁਹਾਡੇ ਟੈਲੀਫੋਨ ਵਿੱਚ ਕੁਝ ਗੜਬੜ ਹੈ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਪਿਆਰੇ ਦਰਸ਼ਕੋ, ਅਸੀਂ ਤੁਹਾਡੇ ਵਿਚਾਰ ਜ਼ਰੂਰ ਲਵਾਂਗੇ ਔਰ ਤੁਸੀਂ ਜ਼ਰੂਰ ਸਾਨੂੰ ਕਾਲ ਕਰੋ 516 825 0006। ਪਰ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਤੁਸੀਂ ਲਾਈਨ ਦੇ ਉੱਤੇ ਬਣੇ ਰਹੋ ਔਰ ਸਾਨੂੰ ਕਾਲ ਜ਼ਰੂਰ ਕਰੋ। ਇੱਕ ਵਕਤ
ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਸ਼ਸਤਰਾਂ ਬਾਰੇ ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਡਿਪਲੋਮਾ ਕੋਰਸ ਸ਼ੁਰੂ ਕੀਤਾ ਅਤੇ ਨਾਲ ਹੀ ਜਿਹੜਾ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੂਟੇ ਜਿਹੜੀ ਗੱਲ ਹੈ ਉਹ ਤਾਂਤਰਿਕਾਂ ਦੇ ਕਹਿਣ ਦੇ ਉੱਤੇ ਭਾਰਤ ਸਰਕਾਰ ਨੇ ਖੁਦਾਈ ਸ਼ੁਰੂ ਕੀਤੀ। ਇਹਨਾਂ ਦੋਨਾਂ ਬਾਰੇ ਤੁਸੀਂ ਸਾਨੂੰ 516 825 0006 ਦੇ ਉੱਤੇ ਕਾਲ ਕਰਕੇ ਆਪਣੇ ਵਿਚਾਰ ਦਰਜ ਕਰਾਓ। ਹੈਲੋ, ਹਾਂਜੀ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਨੰਬਰ ਸਾਹਿਬ ਮੈਂ ਰਤਨ ਸਿੰਘ ਬੋਲ ਰਿਹਾ ਜੀ। ਜੀ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਇਹਨਾਂ ਸਾਧਾਂ ਵਾਸਤੇ ਮੈਂ ਗੱਲ ਕਹਿਣੀ ਚਾਹਾਂਗਾ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖੀ ਹੈ ਕਿ ਜੇ ਜਗ ਕੋ ਡੈਂਪ ਦਿਖਾਵੇ ਲੋਗਨ ਮੂਡ ਅਧਿਕ ਸੁਖ ਪਾਵੇ ਨਾਸਾ ਮੂਦ ਕਰੇ ਪ੍ਰਣਾਮੰ ਫੋਕਟ ਧਰਮ ਨਾ ਕੌਡੀ ਕਾਮੰ। ਤੇ ਅੱਗੇ ਫੋਕਟ ਧਰਮ ਜਿਤੇ ਜਗ ਕਰਹੀ ਨਰਕ ਕੁੰਡ ਭੀਤਰ ਤੇ ਪਰਹੀ ਹੱਥ ਹਲਾਏ ਸੁਰਗ ਨਾ ਜਾਓ ਜੋ ਮਨ ਜੀਤ ਸਕਾ ਨਹੀਂ ਕਾਉ। ਇਹ ਲੋਕ ਜਿਹੜੇ ਹੈਗੇ ਆ ਇਹ ਭੇਖ ਦਾ ਦਿਖਾਵਾ ਕਰਨ ਵਾਲੇ ਹੈਗੇ ਆ। ਪਤਾ ਨਹੀਂ ਸਾਡੀ ਦੁਨੀਆ ਨੂੰ ਹੋ ਕੀ ਗਿਆ, ਇਹਨਾਂ ਦੇ ਪਿੱਛੇ ਕਿਉਂ ਲੱਗੇ ਹੈਗੇ ਆ। ਇਹਨਾਂ ਨੇ ਸਾਰਿਆਂ ਨੇ ਨਰਕਾਂ ਨੂੰ ਜਾਣਾ, ਕੋਈ ਸੋਨਾ ਨਹੀਂ ਲੱਭਣਾ। ਮੇਰਾ ਖਿਆਲ ਹੁਣ ਉੱਥੋਂ ਇਹੋ ਪਛਤਾਪ ਕਰ ਚੁੱਕੀ ਹੈਗੀ ਗਵਰਨਮੈਂਟ, ਪਿੱਛੇ ਮੁੜਿਆ ਹੀ ਹੈਗੇ ਆ। ਕੋਈ ਹੁਣ ਪਤਾ ਲੱਗਾ ਸੀ 2500 ਟਨ ਹੋਰ ਕਿਸੇ ਪਿੰਡ ਦੇ ਵਿੱਚ ਦੱਬਿਆ ਹੈਗਾ ਤੇ ਸਾਧ ਨੇ ਦੱਸਣਾ ਕਾ ਤੂੰ ਆਪ ਹੀ ਮਾਲਾ ਮਾਲ ਹੋ ਜਾਂਦਾ, ਉੱਥੇ ਜਾ ਕੇ ਪੱਟਣ ਦਾ ਪੈਂਦਾ, ਆਪਣਾ ਡੇਰਾ ਬਣਾ ਲੈਂਦਾ। ਇਹਨਾਂ ਸਾਧਾਂ ਤੋਂ ਰੱਬ ਕਿਤੇ ਦੂਰ ਹੀ ਰੱਖੇ। ਇਹ ਜਿਹੜੇ ਸਾਧ ਆ, ਸਾਧਾਂ ਲਈ ਤਾਂ ਕੋਈ ਐਸੀ ਲਹਿਰ ਚੱਲੇ ਕਿ ਇਹਨਾਂ ਨੂੰ ਸਹੀ ਕੀਤਾ ਜਾਵੇ। ਮੇਰਾ ਬਾਬਾ ਤੇ ਇੱਕੋ ਹੀ ਹੈ ਜੀ, ਗੁਰੂ ਗ੍ਰੰਥ ਸਾਹਿਬ, ਉਸ ਤੋਂ ਬਿਨਾਂ ਹੋਰ ਕੋਈ ਬਾਬਾ ਹੈ ਹੀ ਨਹੀਂ। ਬਾਕੀ ਖੜਗਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਲਿਖਿਆ ਸੀ, ਖੜ ਕੇਤ ਕੋ ਆਸਰੋ ਇੱਕ ਹਿਰਦੇ ਹਮਾਰੇ ਮੈਜ ਭਰੋਸਾ ਪ੍ਰਭੂ ਕਾ ਨਰ ਕਿਆ ਬੇਚਾਰੇ। ਸੋ ਆਪਣੀ ਸ਼ਾਸਤਰਾਂ ਦੀ ਵਿਦਿਆ ਜਿਹੜੀ ਹੈਗੀ ਹੈ ਬਹੁਤ ਵਧੀਆ ਹੈਗੀ, ਜਿਹੜਾ ਕਰ ਰਹੇ ਹੈਗੇ ਆ, ਔਰ ਹੋਣਾ ਵੀ ਚਾਹੀਦਾ ਹੈਗਾ। ਜਦੋਂ ਕਾਲਜ 'ਚ ਹੁੰਦੇ ਸੀ ਉਦੋਂ ਇੱਕ ਬਹਿਸ ਹੁੰਦੀ ਸੀ, ਡਿਬੇਟ ਤੋਂ ਉਹਦੇ ਵਿੱਚ ਸਬਜੈਕਟ ਹੁੰਦਾ ਹੈ ਕਿ ਇਫ ਯੂ ਵਾਂਟ ਪੀਸ ਬੀ ਪ੍ਰੀਪੇਅਰਡ ਫॉर ਵਾਰ। ਤੇ ਬਿਨਾਂ ਵਾਯੂ ਬਿਨ ਜਿਹੜਾ ਦੁਰਜਨ ਹੈ ਉਹ ਕਾਬੂ ਕਦੇ ਨਹੀਂ ਆਉਂਦਾ ਹੈਗਾ। ਆਪ ਹਮੇਸ਼ਾ ਜਾਗਰੂਕ ਸੁਚੇਤ ਰਹਿ ਕੇ ਬਲਵਾਨ ਰਹਿ ਕੇ ਹੀ ਜ਼ਿੰਦਗੀ ਜੀਣ ਦਾ ਨਾਂ ਹੈਗਾ, ਜਾਗਰੂਕ ਹੋ ਕੇ ਹੀ ਜ਼ਿੰਦਗੀ ਜੀਣ ਦਾ ਨਾਂ ਹੈਗਾ। ਕਮਜ਼ੋਰ ਵਾਸਤੇ ਅੱਜ ਦੀ ਦੁਨੀਆ ਵਿੱਚ ਕੋਈ ਥਾਂ ਨਹੀਂ ਹੈਗਾ। तो मैं तो यही कहूँगा कि जागरूक हो के जिंदगी जीवो और चंगी जिंदगी जीवो। बहुत बहुत धन्यवाद ਤੁਹਾਡੇ ਵਿਚਾਰਾਂ ਦਾ। ਥੈਂਕ ਯੂ। ਵਾਹਿਗੁਰੂ। ਹੈਲੋ, ਹਾਂਜੀ, ਪਿਆਰਾ ਸਿੰਘ ਬੋਲਦਾ ਜੀ। ਜੀ ਆਇਆਂ ਨੂੰ ਪਿਆਰਾ ਸਿੰਘ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੋ? ਬਹੁਤ ਮਿਹਰ ਹੈ, ਬਹੁਤ ਮਿਹਰ। ਅੱਜ ਬੜਾ ਸੋਹਣਾ ਲਿਆਂਦਾ ਮੁੱਦਾ। ਜੀ ਹੁਕਮ ਕਰੋ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਅੱਜ ਜਿਹੜਾ ਵਿਚਾਰ ਚੱਲਿਆ ਹੈ, ਪਹਿਲਾਂ ਤੇ ਉਹ ਸ਼ਸਤਰ ਵਿਦਿਆ ਸਿਖਾਉਣ ਵਾਲੇ ਜਗਬੀਰ ਸਿੰਘ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੂਸਰਾ ਹੈ ਕਿ ਸ਼ਸਤਰ ਵਿਦਿਆ ਸਿੱਖ ਦਾ ਇੱਕ ਗੁਰੂ ਸਾਹਿਬ ਦੇ ਵੱਲੋਂ ਬਖਸ਼ਿਆ ਵਿਰਸਾ ਹੈ, ਕੀਮਤੀ ਵਿਰਸਾ ਹੈ। ਸਿੱਖ ਪਨੀਰੀ ਸ਼ਸਤਰ ਵਿਦਿਆ ਜ਼ਰੂਰ ਸਿੱਖੇ, ਆਪਸੀ ਪਿਆਰ ਪ੍ਰੇਮ ਬਣਾਏ ਅਤੇ ਜਥੇਬੰਦੀ ਜੋ ਹੈ ਉਸ ਨੂੰ ਮਜ਼ਬੂਤ ਕਰੇ। ਜੀ। ਅਗਲਾ ਹੈ ਆਪ ਜੀ ਨੇ ਉਹ ਸੋਨੇ ਦੀ ਖੁਦਾਈ ਬਾਰੇ, ਉਹ ਮੇਰਾ ਵਿਚਾਰ ਹੈ ਆਪਣਾ ਕਿ ਸਿੱਖ ਕਿਸੇ ਜੰਤਰ ਮੰਤਰ ਤੰਤਰ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਦਾ। ਨੇੜ ਭਵਿੱਖ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆਪੇ ਹੀ ਹੋ ਜਾਣਾ। ਨਤੀਜਾ ਵੱਡੀ ਨਮੋਸ਼ੀ ਸਾਹਮਣੇ ਹੈ ਜੋ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੀ ਸਰਕਾਰ ਨੂੰ ਦੇਖਣੀ ਪੈਗੀ। ਉਹ ਤਾਂ ਇੱਥੇ ਇਹ ਵੀ ਅਨਾਉਂਸ ਕਰਦੇ ਵੀ ਅਸੀਂ ਸਵਰਗਾਂ ਦਾ ਟਿਕਟ ਲੈ ਕੇ ਦੇਵਾਂਗੇ। ਅੱਜ ਤੱਕ ਸਵਰਗ ਕਿਸ ਦੇਖਿਆ ਨਹੀਂ, ਨਾ ਉਹਦਾ ਕੋਈ ਐਡਰੈਸ ਪਤਾ ਦੱਸਿਆ। ਠੀਕ ਹੈ ਜੀ। ਉਹਨਾਂ ਨੂੰ ਸੁਣਿਆ ਜਾਣਾ ਚਾਹੀਦਾ ਵੀ ਤੁਸੀਂ ਇਹ ਪਛੇਮਾਨ ਨਾ ਕਰੋ। ਦੁਨੀਆ ਰੱਬ ਦੀ ਬਣਾਈ ਹੈ, ਇਹਨੂੰ ਰੱਬ ਦੇ ਵਾਸਤੇ ਇਹਨੂੰ ਉਸ ਤਰ੍ਹਾਂ ਰਹਿਣ ਦਿਓ ਜਿੱਦਾਂ ਰੱਬ ਚਾਹੁੰਦਾ। ਤੁਹਾਡਾ ਸੁਨੇਹਾ ਪਹੁੰਚ ਗਿਆ, ਬਹੁਤ ਬਹੁਤ ਧੰਨਵਾਦ ਪਿਆਰਾ ਸਿੰਘ ਜੀ। ਹੈਲੋ, ਹਾਂਜੀ, ਕੌਣ ਜੀ? ਤੁਸੀਂ ਆਪਣੇ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ? ਹਾਂਜੀ, ਕੌਣ ਬੋਲ ਰਹੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਪਸੀਨ ਬੋਲ ਰਿਹਾ ਜੀ ਗਲੈਂਕੋ ਤੋਂ। ਜੀ ਵਾਹਿਗੁਰੂ ਫਤਿਹ ਪਸੀਨ ਸਾਹਿਬ ਜੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਬੁੱਢਾ ਸਾਹਿਬ ਜੀ ਨੇ ਸ਼ਸਤਰ ਵਿਦਿਆ ਸਿਖਾਣੀ ਸ਼ੁਰੂ ਕੀਤੀ। ਹਾਂਜੀ, ਕਿਉਂਕਿ ਜ਼ੁਲਮਾਂ ਦੇ ਨਾਲ ਟਾਕਰਾ ਲੈਣ ਵਾਸਤੇ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿਖਾਈ। ਜੀ
ਜਿਸ ਤੋਂ ਬਾਅਦ ਜਿਹੜੀ ਇਹ ਪੀੜ੍ਹੀ ਤੇ ਪੀੜ੍ਹੀ ਦਰ ਪੀੜ੍ਹੀ ਚਲਦੀ ਗਈ ਹੈ। ਉਹ ਨੌਜਵਾਨਾਂ ਨੂੰ ਸਿਖਾਉਣ ਵਾਸਤੇ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਸਭ ਤੋਂ ਪਹਿਲ ਕੀਤੀ ਹੈ ਸ਼ਸਤਰ ਵਿਦਿਆ ਸਿਖਾਉਣ ਵਾਸਤੇ। ਜੀ 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 ਔਰ ਬਾਬਾ ਬੁੱਢਾ ਜੀ ਨੇ 103 ਸਾਲਾਂ ਚ ਅਸੀਂ ਸਰ ਵਿਦਿਆ ਸਿਖਾਈ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਜੀ ਜੀ 103 ਸਾਲ ਦੀ ਏਜ ਦੇ ਵਿੱਚ ਤੁਸੀਂ ਹਿਸਾਬ ਲੋ ਕਿ ਕਿਸ ਏਜ ਜਾ ਕੇ ਉਹਨਾਂ ਸਿਖਾਈਏ। ਔਰ ਉਸੇ ਉਹਨਾਂ ਦੀ ਕਿਰਪਾ ਦੇ ਨਾਲ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਗੁਰੂ ਸਾਹਿਬ ਨੇ 4 ਜੰਗਾਂ ਜਿੱਤੀਆਂ ਸਨ। ਜੀ ਜੀ ਬਿਲਕੁਲ ਠੀਕ, ਸ਼ਸਤਰ ਵਿਦਿਆ ਦੀ ਮਿਹਰਬਾਨੀ ਕਰਕੇ ਸੀ। ਜੀ 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 ਬਿਲਕੁਲ ਸਹੀ ਹੈ। ਔਰ ਦੂਸਰੀ ਵੱਡੀ ਚੀਜ਼ ਹੈ ਕਿ ਸਾਡੇ ਤੇ ਤਾਂ ਗੁਰੂ ਸਾਹਿਬ ਦੀ ਇਹ ਵੀ ਬਖਸ਼ਿਸ਼ ਹੈ ਕਿ ਸਾਨੂੰ ਗੁਰੂ ਸਾਹਿਬ ਨੇ ਇੱਕ ਕਾਨੂੰਨੀ ਤੌਰ ਦੇ ਉੱਤੇ ਲਾਇਸੈਂਸ ਦਿੱਤਾ ਹੈ ਕਿ ਸਿੱਖ ਜਿਹੜਾ ਹੈ ਸ਼ਸਤਰਧਾਰੀ ਹੋ ਕੇ ਵਿਚਰ ਸਕਦਾ ਹੈ। ਹੈਲੋ, ਹਾਂਜੀ ਕੌਣ ਬੋਲ ਰਹੇ ਜੀ? ਹੈਲੋ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ ਜੀ? ਹੈਲੋ, ਤੁਹਾਡੇ ਟੀਵੀ ਦੀ ਆਵਾਜ਼ ਕਰਕੇ ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ ਹੈਲੋ, ਹਾਂਜੀ ਹੈਲੋ। ਤੁਸੀਂ ਪਿਆਰੇ ਦਰਸ਼ਕੋ, ਜਦੋਂ ਵੀ ਤੁਸੀਂ ਸਾਨੂੰ ਫੋਨ ਕਰਦੇ ਹੋ ਕਿਰਪਾ ਕਰਕੇ ਆਪਣੇ ਟੀਵੀ ਦੀ ਆਵਾਜ਼ ਬੰਦ ਕਰ ਦਿਓ ਤਾਂ ਕਿ ਤੁਹਾਡੀ ਗੱਲ ਸੁਣ ਸਕੀਏ। ਨਹੀਂ ਤਾਂ ਨਾ ਤੁਹਾਨੂੰ ਸਾਡੀ ਗੱਲ ਸੁਣਾਈ ਦੇਗੀ ਔਰ ਨਾ ਹੀ ਤੁਹਾਡੀ ਗੱਲ ਅੱਗੇ ਨਸ਼ਰ ਹੋ ਪਾਏਗੀ। ਹੈਲੋ ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਅਜੀਤ ਸਿੰਘ ਬੋਲ ਰਿਹਾ ਅਗੇਨ। ਮੈਨੂੰ ਤੁਹਾਡੇ ਨਾਲ ਗੱਲ ਕਰਨ ਦਾ ਬੜਾ ਇੰਟਰਸਟ ਸੀ। ਮੈਂ ਗੱਲ ਕਰਾਂ ਥੋੜੀ ਜੀ? ਜੀ ਜੀ ਹੁਕਮ ਕਰੋ। ਕਿਉਂਕਿ ਅੱਜ ਕੱਲ ਸਾਰਾ ਉੱਥੇ ਹਿੰਦੁਸਤਾਨ 'ਚ ਅੰਧ ਵਿਸ਼ਵਾਸ ਚੱਲ ਰਿਹਾ ਹੈ। ਜੀ ਜਿਹੜੇ ਗੁਰੂ ਸਾਹਿਬਾਂ ਨੇ ਕਿਹਾ ਹੈ ਕਿ ਹਿੰਦੂ ਕਾ ਅੰਨਾ ਤੁਰਕੂ ਕਾਣਾ ਦੋਨੋਂ ਸੇ ਗਿਆਨੀ ਸਿਆਣਾ। ਜੀ ਉਹ ਤੁਹਾਡੇ ਨਾ ਟੀਵੀ ਦੀ ਆਵਾਜ਼ ਵਿੱਚ ਕੁਝ ਖਰਾਬੀ ਹੈ ਜਿਹਦੇ ਕਰਕੇ ਆਵਾਜ਼ ਕੱਟੀ ਜਾਂਦੀ ਹੈ ਜੀ। ਥੋੜਾ ਜਿਹਾ ਨਹੀਂ, ਤੁਹਾਡੇ ਟੀਵੀ ਦੀ ਆਵਾਜ਼ ਜਿਹੜੀ ਹੈ ਉਹ ਠੀਕ ਨਹੀਂ ਹੈਗੀ। ਬਾਰ-ਬਾਰ ਵਿੱਚ ਬੀ ਪਾਣੀ ਸ਼ੁਰੂ ਹੋ ਜਾਂਦੀ ਹੈ। ਕਿਰਪਾ ਕਰਕੇ ਉਹਨੂੰ ਠੀਕ ਕਰਕੇ ਤੁਸੀਂ ਫੋਨ ਕਰੋ। ਹੈਲੋ ਹੈਲੋ ਜੀ। ਸੋ ਇਹ ਜਿਹੜੇ 2 ਵਿਸ਼ੇ ਜਿਹੜੇ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਸੀ ਕਿ ਇੱਕ ਤਾਂ ਪੰਜਾਬੀ ਯੂਨੀਵਰਸਿਟੀ ਜਿਨ੍ਹਾਂ ਨੇ ਬਹੁਤ ਹੀ ਇੱਕ ਸ਼ਲਾਘਾਯੋਗ ਇੱਕ ਨਵਾਂ ਉਪਰਾਲਾ ਕੀਤਾ ਕਿ ਉਹ ਸ਼ਸਤਰ ਵਿਦਿਆ ਜਾਂ ਗੱਤਕਾ ਉਸ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵਰਲਡ ਲੈਵਲ ਦੇ ਉੱਤੇ ਲਿਆ ਕੇ ਉਸ ਦੇ ਵਰਲਡ ਕੰਪੀਟੀਸ਼ਨ ਕਰਾਉਣ ਦਾ ਇਹ ਜਿਹੜਾ ਉਪਰਾਲਾ ਪੰਜਾਬੀ ਯੂਨੀਵਰਸਿਟੀ ਕਰ ਰਹੀ ਹੈ। ਇਹ ਕਿੱਥੋਂ ਤੱਕ ਕੌਮ ਲਈ ਲਾਹੇਵੰਦ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਜਿਸ ਤਰ੍ਹਾਂ ਪਹਿਲੇ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ ਦੇ ਕਾਮਯਾਬ ਹੋਏ ਹਨ, ਇਸ ਤੋਂ ਜਾਪਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਇਹ ਉਪਰਾਲਾ, ਉਹਨਾਂ ਦਾ ਇਹ ਕਦਮ ਕਿ 1 ਸਾਲ ਲਈ ਜਿਹੜਾ ਡਿਪਲੋਮਾ ਕੋਰਸ ਹੈ ਸ਼ਸਤਰ ਵਿਦਿਆ ਦਾ ਔਰ ਗੱਤਕੇ ਦਾ, ਉਹਦੇ ਨਾਲ ਬਕਾਇਦਾ ਉਸ ਦੇ ਉਹ ਕੋਚ ਵੀ ਤਿਆਰ ਕਰਨਗੇ, ਟ੍ਰੇਨਿੰਗ ਵੀ ਦੇਣਗੇ ਔਰ ਉਸ ਦੀ ਪੜ੍ਹਾਈ ਵੀ ਕਰਾਉਣਗੇ। ਔਰ 25 ਵਿਦਿਆਰਥੀ ਪਹਿਲੇ ਮਰਹਲੇ ਦੇ ਵਿੱਚ ਉਹਨਾਂ ਨੇ ਲੈਣ ਦਾ ਨਿਰਣਾ ਕੀਤਾ ਹੈ ਔਰ ਇਸ ਦੇ ਬਾਰੇ ਹੋਰ ਵੀ ਜਾਣਕਾਰੀ ਅਸੀਂ ਤੁਹਾਨੂੰ ਦੇਵਾਂਗੇ। ਔਰ ਇਸ ਦੇ ਇਲਾਵਾ ਜਿਹੜਾ ਦੂਸਰਾ ਸੀ ਕਿ ਦੇਣ ਵਾਲਾ ਜਾਂ ਨਹੀਂ ਦੇਣ ਵਾਲਾ, ਇਹ ਸ਼ਕਤੀ ਇੱਕ ਹੈ, 2 ਨਹੀਂ ਹੋ ਸਕਦੀਆਂ। ਬਹੁਤ ਸੁੰਦਰ ਮਾਸਟਰ ਤਾਰਾ ਸਿੰਘ ਜੀ ਨੇ ਲਿਖਿਆ ਕਿ ਹਰ ਇਨਸਾਨ ਦੀ ਖਾਹਿਸ਼ ਹੈ ਮੈਂ ਧਨਵਾਨ, ਵਿਦਵਾਨ ਤੇ ਬਲਵਾਨ ਬਣਾ, ਪਰ ਇਹ ਤਿੰਨੋਂ ਚੀਜ਼ਾਂ ਉਸ ਦੇ ਵੱਸ ਨਹੀਂ, ਇਹ ਵਾਹਿਗੁਰੂ ਦੇ ਵੱਸ ਹੈ। ਨੇਕ ਨੀਤ ਬਣਨਾ ਉਸ ਦੇ ਵੱਸ ਹੈ ਜਿਹਦੇ ਲਈ ਉਹ ਕੋਸ਼ਿਸ਼ ਨਹੀਂ ਕਰਦਾ, ਜਿਹੜੀ ਚੀਜ਼ ਉਸ ਦੇ ਵੱਸ ਨਹੀਂ ਹੈ ਉਸ ਦੇ ਲਈ ਉਹ ਕੋਸ਼ਿਸ਼ ਕਰਦਾ। ਅਖੀਰਲੀ ਕਾਲ ਲੈ ਕੇ ਅਸੀਂ ਤੁਹਾਡੇ ਤੋਂ ਵਿਦਾ ਲਵਾਂਗੇ। ਹੈਲੋ ਹੈਲੋ, ਹਾਂਜੀ। ਸੋ ਲਾਈਨ ਕੱਟੀ ਗਈ। ਸੋ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ? ਤੁਸੀਂ ਆਪਣੇ ਵਿਚਾਰ ਸਾਨੂੰ ਈਮੇਲ ਵੀ ਕਰ ਸਕਦੇ ਹੋ lamba@getpunjabi.tv ਦੇ ਉੱਤੇ। ਇੱਕ ਪ੍ਰੋਗਰਾਮ ਹੋਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।